जियो पिंड सब तेरा, कहो नानक सब तेरी वड्याई। कोई नाओ न जानै मेरा, तुद आगे अरदास हमारी। जियो पिंड सब तेरा, कहो नानक सब तेरी वड्याई। कोई नाओ न जानै मेरा। परम सन्मानयोग दसां ही पातशाहियां दे आत्मक स्वरूप, चवर छतर तख्त दे मालिक, गुरता गद्दी ते विराजमान, शब्द गुरु जुगो जुग अटल। हाजरा हजूर जाहरा जहूर, सर्ब कलां भरपूर। धन 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 सतगुरु श्री गुरु ग्रंथ साहिब जी महाराज। सच्चे पातशाह गुरु पिता जी दी पवित्र पावन गोद विच जुड़ बैठी गुरु रूप गुरु प्यारी साध संगत जी, आपां सारे ही भली प्रकार जाणदे हां कि ब्रह्म ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਜੋ ਸਾਲਾਨਾ ਜੋੜ ਮੇਲਾ ਹਰ ਸਾਲ ਇਸ ਸਥਾਨ ਦੇ ਉੱਤੇ ਮਨਾਇਆ ਜਾਂਦਾ ਹੈ। ਇੱਕ ਮਹੀਨੇ ਵਾਸਤੇ ਗੁਰੂ ਕੇ ਅਟੁੱਟ ਲੰਗਰ ਜਿਹੜੇ ਇੱਥੇ ਚੱਲਦੇ ਹਨ, ਜਿੱਥੇ ਤਨ ਦੇ ਵਾਸਤੇ ਮਹਾਰਾਜ ਜੀ ਨੇ ਸਾਨੂੰ ਲੰਗਰ ਦਿੱਤਾ ਹੈ, ਉੱਥੇ ਨਾਲ ਹੀ ਮਨ ਦੇ ਵਾਸਤੇ ਗੁਰੂ ਕੇ ਸ਼ਬਦ ਦਾ ਲੰਗਰ ਵੀ ਮਹਾਰਾਜ ਜੀ ਨੇ ਲਗਾਇਆ। ਸੋ ਬਾਬਾ ਬਚਿੱਤਰ ਸਿੰਘ ਜੀ, ਉਹਨਾਂ ਦੇ ਨਾਲ ਦੇ ਸਾਥੀ ਸਮੂਹ ਪੜਾਣਾ ਨਗਰ ਦੇ ਨਿਵਾਸੀਆਂ ਵੱਲੋਂ, ਇਲਾਕੇ ਦੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਜੋ ਇਹ ਲੰਗਰ ਹੈ ਲਗਾਏ ਜਾਂਦੇ ਹਨ। ਤੇ ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਪਰਸੋਂ ਰੋਜ਼ ਤੋਂ ਲੈ ਕਰਕੇ ਧੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਸ੍ਰੀ ਜਪਜੀ ਸਾਹਿਬ ਦੇ ਸਮੇਤ ਪ੍ਰਾਰੰਭ ਕਰਵਾਏ ਗਏ। ਅੱਜ ਅਖੰਡ ਪਾਠ ਸਾਹਿਬਾਂ ਦੀ ਸੰਪੂਰਨਤਾਈ ਹੋਈ ਹੈ। ਦਾਸ ਦੇ ਵਿਦਿਆ ਗੁਰੂ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲਾ ਮਹਾਂਪੁਰਸ਼ਾਂ ਦੇ ਜੱਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਇਹ ਜਿਹੜੀ ਸੇਵਾ ਹੈ ਨਿਭਾਈ ਗਈ ਹੈ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਉਪਰੰਤ ਮਹਾਰਾਜ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਆਓ ਹੁਣ ਕੁਝ ਸਮੇਂ ਵਾਸਤੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਦੇ ਮਹਾਂਵਾਕਾਂ ਅਨੁਸਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਗੁਰ ਇਤਿਹਾਸ ਦੇ ਵਿੱਚੋਂ ਵਿਚਾਰਾਂ ਸਰਵਣ ਕਰੀਏ। ਮਹਾਰਾਜ ਜੀ ਕਿਰਪਾ ਕਰਨ, ਆਪ ਹੀ ਵਿੱਚ ਵਰਤ ਕਰਕੇ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਵਿਚਾਰ ਕਹਿਣ ਸੁਣਨ ਸਮਝਣ ਅਤੇ ਮੰਨਣ ਦੇ ਬਲ ਬਖਸ਼ਿਸ਼ ਕਰਨ। ਵਿਚਾਰਾਂ ਪ੍ਰਾਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਅੰਮ੍ਰਿਤਮਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਪਾਵਨ ਸਾਲਾਨਾ ਜੋੜ ਮੇਲਾ ਜੋ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਮਨਾਇਆ ਜਾਂਦਾ ਹੈ, ਇਹ 21 ਅੱਸੂ ਦਾ ਦਿਨ 1652 ਬਿਕਰਮੀ ਸੰਮਤ, ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕਰਕੇ ਬੀੜ ਦੇ ਵਿੱਚ ਬਾਬਾ ਜੀ ਦੇ ਕੋਲ ਪ੍ਰਸ਼ਾਦਾ ਲੈ ਕਰਕੇ ਗਏ। ਪੁੱਤਰ ਪ੍ਰਾਪਤੀ ਦੀ ਲਾਲਸਾ ਲੈ ਕਰਕੇ ਮਨ ਦੇ ਵਿੱਚ ਜਾ ਕੇ ਬੇਨਤੀ ਕੀਤੀ ਬਾਬਾ ਜੀ ਨੂੰ ਕਿ ਬਾਬਾ ਜੀ ਮਨ ਦੇ ਵਿੱਚ ਇੱਛਾ ਹੈ ਪੁੱਤਰ ਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦਾ ਵਾਰਸ ਚਾਹੀਦਾ।
ਸ਼ਰੀਕ ਕਹਿੰਦੇ ਨੇ ਕਿ ਇਹ ਸੰਸਾਰ ਦੇ ਵਿੱਚੋਂ ਔਂਤਰੇ ਜਾਣਗੇ, ਇਸ ਕਰਕੇ ਗੁਰਤਾ ਗੱਦੀ ਦਾ ਵਾਰਸ ਚਾਹੀਦਾ ਤੇ ਕਿਰਪਾ ਕਰੋ। ਤੇ ਬਾਬਾ ਜੀ ਨੇ ਪ੍ਰਸੰਨ ਹੋ ਕਰਕੇ 21 ਅੱਸੂ ਵਾਲੇ ਦਿਨ 1651 ਬਿਕਰਮੀ ਸੰਮਤ ਬਚਨ ਕਰ ਦਿੱਤੇ, ਜੋ ਇਤਿਹਾਸ ਦੇ ਵਿੱਚ ਲਿਖਿਆ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾ ਕਾ ਬਲ ਗੁਣ ਕਿਨਹੂ ਨਾ ਸੋਧਾ। ਕਿ ਹੇ ਮਾਤਾ, ਜਿਸ ਤਰ੍ਹਾਂ ਤੂੰ ਮੈਨੂੰ ਪ੍ਰਸ਼ਾਦਾ ਛਕਾ ਕਰਕੇ ਪ੍ਰਸੰਨ ਕੀਤਾ ਨਾ, ਇਸ ਤਰ੍ਹਾਂ ਹੀ ਤੂੰ ਵੀ ਪ੍ਰਸੰਨ ਹੋਵੇਂਗੀ, ਤੇਰੇ ਘਰ ਦੇ ਵਿੱਚ ਜੋਧਾ ਪੁੱਤਰ ਪੈਦਾ ਹੋਵੇਗਾ, ਜਿਹਦੇ ਵਰਗੇ ਨਾ ਤਾਂ ਕਿਸੇ ਦੇ ਵਿੱਚ ਗੁਣ ਹੋਣਗੇ ਤੇ ਨਾ ਹੀ ਕਿਸੇ ਦੇ ਵਿੱਚ ਉਹਦੇ ਵਰਗਾ ਬਲ ਹੋਵੇਗਾ, ਭਾਵ ਕਿ ਉਹ ਬੜਾ ਬਲਵਾਨ ਹੋਵੇਗਾ। ਇਹ ਵਰ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ, ਇਹਨੂੰ ਆਪਾਂ ਅਰਦਾਸ ਦਿਵਸ ਵੀ ਕਹਿ ਲੈਂਦੇ ਹਾਂ ਕਿ ਬਾਬਾ ਜੀ ਨੇ ਅਰਦਾਸ ਕੀਤੀ। ਤੇ ਉਸੇ ਹੀ ਸੰਬੰਧ ਦੇ ਵਿੱਚ ਇਹ ਜੋੜ ਮੇਲਾ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਮਨਾਇਆ ਜਾਂਦਾ ਹੈ। ਉਸੇ ਹੀ ਜੋੜ ਮੇਲੇ ਨੂੰ ਲੈ ਕਰਕੇ ਪੜਾਣਾ ਨਗਰ ਦੀਆਂ ਸਾਰੀਆਂ ਸੰਗਤਾਂ ਵੱਲੋਂ ਇੱਥੇ ਵੀ ਜਿਹੜੇ ਨੇ ਬਾਬਾ ਜੀ ਦੀ ਯਾਦ ਦੇ ਵਿੱਚ ਹੀ ਇਹ ਸਾਰਾ ਸਮਾਗਮ ਕੀਤਾ ਜਾਂਦਾ ਹੈ। ਇਤਿਹਾਸ ਦੇ ਵਿੱਚ ਬਚਨ ਆਉਂਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਹੀ ਦੇਖਿਓ ਵਿਰੋਧ ਸੀ। ਬਾਬਾ ਪ੍ਰਿਥੀ ਚੰਦ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ ਸਨ, ਉਹ ਹਮੇਸ਼ਾ ਵਿਰੋਧੀ ਰਹੇ ਮਹਾਰਾਜ ਜੀ ਦੇ। ਉਹਨਾਂ ਦੇ ਮਨ ਵਿੱਚ ਲਾਲਸਾ ਸੀ ਗੁਰਤਾ ਗੱਦੀ ਦੀ, ਕਿ ਮੈਂ ਗੁਰੂ ਬਣਾ, ਮੇਰੇ ਪਿਤਾ ਜੀ ਗੁਰੂ ਨੇ ਤੇ ਮੈਂ ਵੱਡਾ ਹਾਂ, ਵੱਡਾ ਹੋਣ ਦੇ ਨਾਤੇ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ। ਠੀਕ ਹੈ, ਉਹ ਭਾਵਨਾ ਸੇਵਾ ਕਰਦਾ ਸੀ, ਪਰ ਸੇਵਾ ਦੇ ਵਿੱਚ ਉਹਦੇ ਮਨ ਦੇ ਵਿੱਚ ਜਿਹੜੀ ਖੋਟ ਸੀ ਨਾ, ਭਾਈ ਗੁਰਦਾਸ ਜੀ ਨੇ ਤਾਂ ਕਰਕੇ ਪ੍ਰਿਥੀਏ ਨੂੰ ਮੀਨਾ ਲਿਖਿਆ ਕਿ ਬਾਹਰੋਂ ਕੁਝ ਉਹ ਹੋਰ ਸੀ ਤੇ ਅੰਦਰੋਂ ਕੁਝ ਉਹ ਹੋਰ ਸੀ। ਬਾਹਰੋਂ ਸਾਰਿਆਂ ਨੂੰ ਹੀ ਸੇਵਾ ਕਰਕੇ ਵਿਖਾਉਂਦਾ ਸੀ, ਪਰ ਅੰਦਰ ਮਨ ਦੇ ਖੋਟ ਰੱਖਦਾ ਸੀ ਉਹ ਆਪਣੇ ਭਰਾ ਦੇ ਪ੍ਰਤੀ, ਕਿ ਇਹਨੂੰ ਕਿਤੇ ਗੁਰਤਾ ਗੱਦੀ ਨਾ ਮਿਲ ਜਾਵੇ। ਤੇ ਉਹਨੇ ਯਤਨ ਵੀ ਕੀਤੇ। ਦੇਖੋ, ਇੱਕ ਤਾਂ ਬਾਹਰੋਂ ਵਿਰੋਧ ਹੁੰਦਾ, ਬਾਹਰਲਾ ਵਿਰੋਧ ਜਿਹੜਾ ਹੈ ਬੰਦਾ ਝੱਲ ਸਕਦਾ, ਪਰ ਜਿਹੜਾ ਪਰਿਵਾਰ ਦੇ ਵਿੱਚ ਵਿਰੋਧ ਹੁੰਦਾ ਉਹਨੂੰ ਝੱਲਣਾ ਬੜਾ ਮੁਸ਼ਕਲ ਹੁੰਦਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ, ਕਿਉਂਕਿ ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਗੁਰ ਸਾਖੀ ਕਾ ਉਜਿਆਰਾ, ਕਿ ਜਿਹੜੀ ਗੁਰੂ ਦੀ ਸਿੱਖਿਆ ਹੁੰਦੀ ਜਾਂ ਗੁਰੂ ਦੀ ਸਾਖੀ ਹੁੰਦੀ ਆ ਨਾ, ਉਹ ਚਾਨਣ ਕਰਦੀ ਆ, ਪ੍ਰਕਾਸ਼ ਕਰਦੀ ਆ। ਜਿੰਨਾ ਵੀ ਸਾਡਾ ਇਤਿਹਾਸ ਹੈ, ਜਿਹਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਨਾ, ਉਹ ਇਤਿਹਾਸ ਸਾਡੇ ਜੀਵਨ ਦੇ ਵਿੱਚ ਚਾਨਣ ਕਰਨ ਵਾਸਤੇ ਆ, ਕਿ ਅਸੀਂ ਉਸ ਤੋਂ ਸੇਧ ਲੈ ਕਰਕੇ, ਉਸ ਸਾਖੀ ਤੋਂ, ਉਸ ਸਿੱਖਿਆ ਤੋਂ ਸੇਧ ਲਾ ਕਰਕੇ ਆਪਣਾ ਜੀਵਨ ਉਸ ਤਰ੍ਹਾਂ ਬਤੀਤ ਕਰਨਾ। ਮਹਾਰਾਜ ਜੀ ਤਾਂ ਹੀ ਬਚਨ ਕਹਿੰਦੇ ਨਾ, ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਿ ਜਿਹੜੇ ਆਪਣੇ ਵੱਡੇ ਬਾਬਿਆਂ ਦੀਆਂ ਕਹਾਣੀਆਂ, ਬਜ਼ੁਰਗਾਂ ਦੀਆਂ, ਜਿਨ੍ਹਾਂ ਨੇ ਦੁਨੀਆ ਵਿੱਚ ਆ ਕੇ ਕੁਝ ਚੰਗੇ ਕਰਮ ਕੀਤੇ, ਜਦੋਂ ਉਹਨਾਂ ਦੀਆਂ ਕਹਾਣੀਆਂ ਨੂੰ ਪੜ੍ਹਦੇ ਸੁਣਦੇ ਨੇ ਤੇ ਉਹ ਕਹਾਣੀਆਂ ਪੁੱਤਰਾਂ ਨੂੰ ਹੀ ਸੁਪੁੱਤਰ ਬਣਾ ਦਿੰਦੀਆਂ ਨੇ। ਇਸ ਕਰਕੇ ਗੁਰੂ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਸਾਨੂੰ ਜ਼ਰੂਰ ਪੜ੍ਹਨਾ ਤੇ ਸੁਣਨਾ ਜਦੋਂ ਅਸੀਂ ਚਾਹੀਦਾ ਸਾਨੂੰ, ਤੇ ਉਹ ਤੋਂ ਸਿੱਖਿਆ ਲੈ ਕੇ ਅਮਲ ਵੀ ਕਰਨਾ ਚਾਹੀਦਾ। ਹੁਣ ਦੇਖੋ, ਘਰ ਦੇ ਵਿੱਚ ਹੀ ਵਿਰੋਧ ਸੀ, ਵੱਡਾ ਭਰਾ ਵਿਰੋਧੀ ਸੀ। ਗੁਰਤਾ ਗੱਦੀ ਆਪਾਂ ਰਾਤ ਵੀ ਪ੍ਰਸੰਗ ਸਰਵਣ ਕੀਤਾ ਸੀ। ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲ ਗਈ, ਪਰ ਉਹ ਫਿਰ ਵੀ ਵਿਰੋਧੀ ਰਿਹਾ। ਉਹਨੇ ਇੱਥੋਂ ਤੱਕ ਪ੍ਰਚਾਰ ਕੀਤਾ ਗੁਰੂ ਘਰ ਦੀ ਨਾਕਾਬੰਦੀ ਕਰਕੇ, ਕਿ ਮੇਰੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਮੇਰੇ ਛੋਟੇ ਭਰਾ ਅਰਜਨ ਨੇ ਜ਼ਹਿਰ ਦੇ ਕੇ ਮਾਰਿਆ। ਉਹ ਸੰਗਤ ਵਿੱਚ ਇਹ ਵੀ ਪ੍ਰਚਾਰ ਕਰਦਾ ਰਿਹਾ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤ ਚਿੱਤ ਬੈਠੇ ਰਹੇ। ਪਰ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਨੱਥ ਪਾਈ, ਕਹਿਣ ਤੋਂ ਉਹਨੂੰ ਰੋਕਿਆ, ਨਾਕਾਬੰਦੀ ਕੀਤੀ। ਜੋ ਗੁਰੂ ਘਰ ਦੀਆਂ ਰਸਤਾਂ ਬਸਤਾਂ ਉਹ ਸਾਂਭਦਾ ਸੀ, ਗੁਰੂ ਘਰ ਦੇ ਲੰਗਰ ਮਸਤਾਨੇ ਹੋ ਗਏ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਇਹ ਕਰਮ ਕਰਨ ਤੋਂ ਰੋਕਿਆ। ਪਰ ਉਹ ਫਿਰ ਵੀ ਨਾ ਟਲਿਆ,
ਇੱਕ ਦਿਨ ਕੀ ਹੋਇਆ, ਆਪਣੇ ਘਰ ਦੇ ਵਿੱਚ ਆਇਆ, ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ, ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਗੁਰ ਇਤਿਹਾਸ ਲਿਖਿਆ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ। ਉਹ ਲਿਖਦੇ ਆ ਕਿ ਇੱਕ ਦਿਨ ਮਾਤਾ ਗੰਗਾ ਜੀ ਆਪਣੀਆਂ ਦਾਸੀਆਂ ਦੇ ਨਾਲ ਗੁਰੂ ਘਰ ਦੇ ਵਿੱਚ ਜੋ ਸੰਗਤਾਂ ਭੇਟਾਵਾਂ ਚੜਾਉਂਦੀਆਂ, ਵਸਤਰ ਚੜਾਉਂਦੀਆਂ, ਉਹਦੇ ਵਿੱਚ ਕੀਮਤੀ ਕੀਮਤੀ ਦੁਸ਼ਾਲੇ ਜਿਹੜੇ ਸੀ ਉਹਨਾਂ ਨੂੰ ਧੁੱਪ ਲਵਾ ਰਹੇ ਸੀ। ਤੇ ਜਿਹੜੇ ਪ੍ਰਿਥੀ ਚੰਦ ਦੇ ਘਰੋਂ ਸੀ ਕਰਮੋ, ਉਹਨੇ ਦੇਖਿਆ ਤੇ ਉਹ ਦੇਖ ਕੇ ਸੜ ਬਲ ਗਈ। ਉਹ ਆਪਣੇ ਮਨ ਵਿੱਚ ਵੀ ਵਿਚਾਰ ਕਰਦੀ ਤੇ ਦਾਸੀਆਂ ਨੂੰ ਵੀ ਕਹਿੰਦੀ ਹੈ ਕਿ ਜੇ ਮੇਰਾ ਪਤੀ ਗੁਰੂ ਬਣਿਆ ਹੁੰਦਾ, ਇਹ ਜਿਹੜੀਆਂ ਕੀਮਤੀ ਕੀਮਤੀ ਵਸਤੂਆਂ ਜਿਸ ਨੂੰ ਅੱਜ ਮਾਤਾ ਭਾਵ ਗੰਗਾ ਜਿਹੜੀ ਹੈ ਉਹ ਧੁੱਪ ਲਵਾ ਰਹੀ ਹੈ, ਕਿਤੇ ਮੈਂ ਵੀ ਇਹ ਸੇਵਾ ਕਰਿਆ ਕਰਨੀ ਸੀ, ਇਹ ਸਾਰੇ ਪਦਾਰਥ ਮੇਰੇ ਘਰ ਦੇ ਵਿੱਚ ਹੋਣੇ ਸੀ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੇ ਨੂੰ ਪ੍ਰਿਥੀ ਚੰਦ ਜਿਹੜਾ ਸੀ ਉਹ ਘਰ ਦੇ ਵਿੱਚ ਆ ਗਿਆ। ਤੇ ਜਦੋਂ ਪ੍ਰਿਥੀ ਚੰਦ ਆਇਆ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਰਮੋ ਕਿ ਤੂੰ ਤਾਂ ਗੁਰੂ ਨਹੀਂ ਬਣ ਸਕਿਆ, ਜੇ ਗੁਰੂ ਬਣ ਜਾਂਦਾ ਤੇ ਆ ਜਿੰਨੀਆਂ ਵੀ ਕੀਮਤੀ ਵਸਤੂਆਂ ਨੇ, ਦੁਸ਼ਾਲੇ ਨੇ, ਕੱਪੜੇ ਲੀੜੇ ਨੇ, ਪਦਾਰਥ ਨੇ, ਧਨ ਪਦਾਰਥ ਹੈ, ਇਹ ਸਭ ਕੁਝ ਸਾਡੇ ਘਰ ਦੇ ਵਿੱਚ ਹੋਣਾ ਸੀ, ਤੂੰ ਗੁਰੂ ਨਹੀਂ ਬਣ ਸਕਿਆ। ਅੱਗੋਂ ਪ੍ਰਿਥੀ ਚੰਦ ਕਹਿੰਦਾ ਭਾਗਵਾਨ ਨੇ ਤੂੰ ਫਿਕਰ ਨਾ ਕਰ, ਮੇਰਾ ਪੁੱਤਰ ਮਿਹਰਬਾਨ ਹੈ ਨਾ, ਉਹ ਗੁਰੂ ਬਣੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਵਿੱਚ ਕੋਈ ਔਲਾਦ ਨਹੀਂ ਤੇ ਇਹ ਸੰਸਾਰ ਦੇ ਵਿੱਚੋਂ ਔਂਤਰੇ ਜਾਣਗੇ, ਇਹਨਾਂ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੋਵੇਗਾ। ਤੇ ਸਮਾਂ ਪਾ ਕਰਕੇ ਕਹਿੰਦੇ ਮੇਰਾ ਪੁੱਤਰ ਹੀ ਗੁਰਤਾ ਗੱਦੀ ਤੇ ਬੈਠੇਗਾ। ਇਹ ਬਚਨ ਕਹਿੰਦੇ ਪ੍ਰਿਥੀ ਚੰਦ ਨੇ ਆਪਣੀ ਘਰਵਾਲੀ ਨੂੰ ਕੀਤੇ। ਕੋਲ ਦਾਸੀਆਂ ਵੀ ਸੀ ਤੇ ਦਾਸੀ ਨੇ ਸੁਣ ਲਏ। ਦਾਸੀ ਬੜੀ ਖੁਸ਼ ਹੋਈ ਕਿ ਮੇਰਾ ਜਿਹੜਾ ਮਾਲਕ ਹੈ, ਉਹਦਾ ਜਿਹੜਾ ਪੁੱਤਰ ਹੈ, ਉਹ ਗੁਰਤਾ ਗੱਦੀ ਤੇ ਬੈਠੇਗਾ, ਗੁਰੂ ਬਣੇਗਾ। ਤੇ ਕਹਿੰਦੇ ਇਸ ਤਰ੍ਹਾਂ ਇਹਨੇ ਵਡਿਆਈ ਕਰਦਿਆਂ ਹੋਇਆ ਨਾ ਇਹੀ ਬਚਨ ਜਿਹੜੇ ਸੀ ਮਾਤਾ ਗੰਗਾ ਜੀ ਦੀ ਦਾਸੀ ਨੂੰ ਜਾ ਕੇ ਕੀਤੇ, ਜੋ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਲਿਖਦੇ ਆ। ਜਾ ਕੇ ਕਹਿਣ ਲੱਗੀ ਕਿ ਹੁਣ ਗੁਰਤਾ ਗੱਦੀ ਤੇਰੇ ਮਾਲਕ ਕੋਲੇ ਨਹੀਂ ਰਹਿਣੀ, ਮੇਰੇ ਘਰ ਦੇ ਮੇਰੇ ਮਾਲਕ ਨੇ ਜਿਹੜੇ ਉਹਨਾਂ ਦੇ ਘਰ ਵਿੱਚ ਪੁੱਤਰ ਹੈ ਮਿਹਰਬਾਨ, ਉਹ ਗੁਰਤਾ ਗੱਦੀ ਤੇ ਬੈਠੇਗਾ। ਤੇ ਮੇਰੇ ਮਾਲਕ ਨੇ ਇਹ ਬਚਨ ਕਰ ਦਿੱਤੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੋਵੇਗੀ, ਇਹ ਸੰਸਾਰ ਦੇ ਵਿੱਚੋਂ ਔਂਤਰੇ ਜਾਣਗੇ। ਹੁਣ ਇਹ ਗੱਲ ਸਾਰੀ ਫੈਲ ਗਈ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁੱਤਰ ਨੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਨੇ ਵੀ ਬਚਨ ਕਰ ਦਿੱਤਾ। ਪਰ ਜਦੋਂ ਇਹ ਬਚਨ ਮਾਤਾ ਗੰਗਾ ਜੀ ਦੇ ਕੋਲ ਪਹੁੰਚਿਆ, ਮਾਤਾ ਗੰਗਾ ਜੀ ਬਹੁਤ ਉਦਾਸ ਹੋ ਗਏ। ਮਨ ਵਿੱਚ ਸੋਚਦੇ ਆ ਕਿ ਵੀ ਅਸੀਂ ਸੰਸਾਰ ਦੇ ਵਿੱਚ ਔਂਤਰੇ ਹੀ ਚਲੇ ਜਾਵਾਂਗੇ। ਔਂਤਰਾ ਉਹਨੂੰ ਕਹਿੰਦੇ ਜਿਹਦੀ ਕੋਈ ਔਲਾਦ ਨਾ ਹੋਵੇ, ਬਿਨਾਂ ਔਲਾਦ ਤੋਂ ਹੀ ਸੰਸਾਰ ਦੇ ਵਿੱਚੋਂ ਚਲਾ ਜਾਵੇ। ਮਾਤਾ ਗੰਗਾ ਜੀ ਬਹੁਤ ਉਦਾਸ ਨੇ ਤੇ ਉਡੀਕ ਕਰਦੇ ਪਏ ਨੇ ਕਿ ਜਦੋਂ ਪਤੀ ਦੇਵ ਜੀ ਘਰ ਦੇ ਵਿੱਚ ਆਏ ਤੇ ਮੈਂ ਬੇਨਤੀ ਜ਼ਰੂਰ ਕਰਨੀ ਉਹਨਾਂ ਨੂੰ। ਸ਼ਾਮ ਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਆਏ ਆ ਤੇ ਮਾਤਾ ਗੰਗਾ ਜੀ ਨੇ ਪ੍ਰਸ਼ਾਦਾ ਛਕਾਇਆ ਤੇ ਮਾਤਾ ਗੰਗਾ ਜੀ ਦਾ ਚਿਹਰਾ ਦੇਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ। ਚਿਹਰਾ ਉਦਾਸ ਹੈ, ਉਤਰਿਆ ਹੋਇਆ। ਮਹਾਰਾਜ ਜੀ ਪੁੱਛਦੇ ਆ ਗੰਗਾ ਕੀ ਗੱਲ ਹੈ, ਅੱਜ ਬੜੀ ਉਦਾਸ ਹੈ, ਤੇਰਾ ਚਿਹਰਾ ਉਤਰਿਆ ਹੋਇਆ। ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਮਾਤਾ ਗੰਗਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ, ਉਹ ਰੋਣ ਲੱਗ ਪਏ। ਰੋਂਦੇ ਰੋਂਦੇ ਬੇਨਤੀ ਕਰਦੇ ਕਿ ਮਹਾਰਾਜ ਜੀ ਕੀ ਆਪਾਂ ਸੰਸਾਰ ਦੇ ਵਿੱਚੋਂ ਔਂਤਰੇ ਚਲੇ ਜਾਵਾਂਗੇ? ਤੁਹਾਡਾ ਐਡਾ ਵੱਡਾ ਦਰ ਹੈ, ਤੁਹਾਡੇ ਦਰ ਤੇ ਲੱਖਾਂ ਹੀ ਸੰਗਤਾਂ ਆਉਂਦੀਆਂ, ਉਹ ਆਪ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦੀਆਂ, ਤੁਸੀਂ ਉਹਨਾਂ ਦੀਆਂ ਝੋਲੀਆਂ ਭਰਦੇ ਹੋ, ਕੋਈ ਵੀ ਤੁਹਾਡੇ ਦਰ ਤੋਂ ਖਾਲੀ ਨਹੀਂ ਜਾਂਦਾ। ਮਹਾਰਾਜ ਕਿ ਮੈਂ ਇਸ ਸੰਸਾਰ ਦੇ ਵਿੱਚੋਂ ਖਾਲੀ ਝੋਲੀ ਲੈ ਕੇ ਚਲੀ ਜਾਵਾਂਗੀ? ਮਹਾਰਾਜ ਜੀ ਕਹਿਣ ਲੱਗੇ ਗੰਗਾ ਕੀ ਹੋਇਆ? ਕਹਿਣ ਲੱਗੀ ਤੁਹਾਡੇ ਭਰਾ ਪ੍ਰਿਥੀ ਚੰਦ ਨੇ ਬਚਨ ਕੀਤਾ। ਆਪਸ ਦੇ ਵਿੱਚ ਦੋਵੇਂ ਜੀ ਗੱਲਾਂ ਕਰ ਰਹੇ ਸੀ, ਕਰਮੋ ਤੇ ਪ੍ਰਿਥੀ ਚੰਦ, ਕਿ ਗੁਰਤਾ ਗੱਦੀ ਜਿਹੜੀ ਹੈ ਉਹ ਮੇਰੇ ਪੁੱਤਰ ਮਿਹਰਬਾਨ ਨੂੰ ਹੀ ਮਿਲਣੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨੇ ਉਹ ਸੰਸਾਰ ਦੇ ਵਿੱਚੋਂ ਔਂਤਰੇ ਜਾਣਗੇ। ਮਹਾਰਾਜ ਮੇਰੇ ਮਨ ਵਿੱਚ ਅੱਜ ਤੱਕ ਪਹਿਲਾਂ ਕਦੇ ਇੱਛਾ ਨਹੀਂ ਪੈਦਾ ਹੋਈ, ਪਰ ਉਹਨਾਂ ਦੇ ਬਚਨ ਨੇ, ਕਿਉਂਕਿ ਦੇਖੋ ਜਿਹੜਾ ਬਚਨ ਹੁੰਦਾ ਨਾ,
ਆਪਾਂ ਆਮ ਹੀ ਇਹ ਗੱਲ ਸੁਣਦੇ ਆ ਵੀ ਤਲਵਾਰਾਂ ਦੇ ਫੱਟ ਮਿਟ ਜਾਂਦੇ ਹੁੰਦੇ ਆ, ਪਰ ਜਿਹੜੀ ਬੋਲੀ ਹੁੰਦੀ ਹੈ ਨਾ, ਬਚਨ ਹੁੰਦਾ ਹੈ, ਉਹਦਾ ਫੱਟ ਨਹੀਂ ਕਦੇ ਵੀ ਮਿਟਦਾ। ਸ਼ਬਦ ਸਫ਼ਰ ਕਰਦਾ ਹੀ ਰਹਿੰਦਾ। ਤਾਂ ਹੀ ਮਹਾਰਾਜ ਨੇ ਵੀ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਨਾ, ਸ਼ਬਦ ਕਦੇ ਨਹੀਂ ਮਰਦਾ, ਸ਼ਬਦ ਨਹੀਂ ਕਦੇ ਵੀ ਮਰਦਾ। ਜੋ ਵੀ ਆਪਾਂ ਸ਼ਬਦ ਬੋਲਦੇ ਆ, ਕਿਸੇ ਨੂੰ ਚੰਗਾ ਬੋਲੀਏ ਮਾੜਾ ਬੋਲੀਏ, ਉਹ ਸ਼ਬਦ ਸਫ਼ਰ ਕਰਦਾ ਹੀ ਰਹਿੰਦਾ, ਇੱਕ ਤੋਂ ਦੂਜੇ ਤੱਕ, ਦੂਜੇ ਤੋਂ ਤੀਜੇ ਤੱਕ, ਤੀਜੇ ਤੋਂ ਚੌਥੇ ਤੱਕ, ਉਹ ਹਮੇਸ਼ਾ ਹੀ ਤੁਰਿਆ ਰਹਿੰਦਾ, ਸ਼ਬਦ ਪਹੁੰਚਦਾ ਰਹਿੰਦਾ ਦੂਰ ਤੱਕ। ਤੇ ਸ਼ਬਦਾਂ ਦੇ ਅੰਦਰ ਤਸੀਰ ਹੁੰਦੀ ਹੈ, ਕੋਈ ਸ਼ਬਦ ਮਨ ਨੂੰ ਸ਼ਾਂਤੀ ਦਿੰਦੇ ਆ ਤੇ ਕੋਈ ਸ਼ਬਦ ਮਨ ਨੂੰ ਜਿਹੜਾ ਹੈ ਕਲੇਸ਼ ਕਲਪਨਾ ਦੇ ਵਿੱਚ ਵੀ ਪਾ ਦਿੰਦੇ ਆ। ਇਸ ਕਰਕੇ ਮਹਾਰਾਜ ਦੀ ਬਾਣੀ ਕਹਿੰਦੀ ਜਦੋਂ ਤੂੰ ਬੋਲਣਾ ਹੈ ਤੇ ਬੋਲਣਾ ਜਿਹੜਾ ਹੈ ਨਾ, ਉਹ ਤੂੰ ਮਿੱਠਾ ਬੋਲਣਾ, ਫਿੱਕੇ ਬੋਲ ਕਦੇ ਕਿਸੇ ਨੂੰ ਨਹੀਂ ਬੋਲਣੇ, ਜਿਨ੍ਹਾਂ ਕਰਕੇ ਕਿਸੇ ਦਾ ਹਿਰਦਾ ਦੁੱਖ ਜਾਵੇ, ਦਿਲ ਦੁੱਖ ਜਾਵੇ। ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤਾਂ ਕਿਸੇ ਦਾ ਕਦੇ ਵੀ ਦਿਲ ਨਾ ਦੁਖਾਈ ਤੂੰ। ਜੇ ਤੋ ਪਿਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇ ਤੈਨੂੰ ਪਰਮਾਤਮਾ ਨੂੰ ਮਿਲਣ ਦੀ ਸਿੱਖ ਹੈ ਨਾ, ਤਾਂ ਕਦੇ ਵੀ ਕਿਸੇ ਦਾ ਦਿਲ ਨਾ ਦੁਖਾਈ, ਕਿਉਂਕਿ ਦਿਲ ਵਿੱਚ ਹੀ ਪਰਮਾਤਮਾ ਵਸਦਾ ਨਾ। ਠਾਹਨ ਮੂਲ ਮਚਾਂਗਵਾਂ, ਕਿ ਉਹ ਤਾਂ ਪਰਮਾਤਮਾ ਜਿਹੜਾ ਉਹ ਅੰਦਰ ਹੀ ਵਸਦਾ ਹੈ ਸਾਰਿਆਂ ਦੇ। ਜੇ ਕਿਸੇ ਦਾ ਦਿਲ ਦੁਖ ਗਿਆ ਤੇ ਪਰਮਾਤਮਾ ਨੇ ਵੀ ਦੁਖੀ ਹੋ ਜਾਣਾ, ਪਰਮਾਤਮਾ ਦਾ ਵੀ ਦਿਲ ਦੁਖਦਾ। ਇਸ ਕਰਕੇ ਮਾਤਾ ਗੰਗਾ ਜੀ ਦੇ ਮਨ ਵਿੱਚ ਉਹਨਾਂ ਸ਼ਬਦਾਂ ਨੇ ਪੁੱਤਰ ਦੀ ਇੱਛਾ ਪੈਦਾ ਕਰ ਦਿੱਤੀ। ਮਹਾਰਾਜ ਜੀ ਨੂੰ ਬੇਨਤੀ ਕਰਦੇ ਕਿ ਮੈਨੂੰ ਵੀ ਗੁਰਤਾ ਗੱਦੀ ਦਾ ਵਾਰਿਸ ਚਾਹੀਦਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਗੱਦੀ ਦਾ ਵਾਰਿਸ ਚਾਹੀਦਾ। ਤਾਂ ਉਸ ਸਮੇਂ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੰਗਾ ਕਿ ਮੇਰੇ ਕੋਲੇ ਬੜੀਆਂ ਸ਼ਕਤੀਆਂ ਨੇ। ਮਹਾਰਾਜ ਕਹਿੰਦੇ ਲੱਖਾਂ ਸੰਗਤਾਂ ਸਾਡੇ ਦਰ ਤੇ ਆਉਂਦੀਆਂ, ਅਸੀਂ ਉਹਨਾਂ ਦੀਆਂ ਝੋਲੀਆਂ ਭਰਦੇ ਆਂ, ਪਰ ਜਿਹੜੀ ਇਹ ਆਤਮ ਸੱਤਿਆ ਦੀ ਸ਼ਕਤੀ ਹੈ ਨਾ ਸਾਡੇ ਕੋਲੇ, ਅਸੀਂ ਇਹਨੂੰ ਆਪਣੇ ਵਾਸਤੇ ਨਹੀਂ ਵਰਤ ਸਕਦੇ, ਇਹ ਸੰਗਤਾਂ ਦੇ ਵਾਸਤੇ ਹੈ। ਹੁਣ ਦੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਦੋਂ ਆਪਾਂ ਸਾਰਾ ਜੀਵਨ ਪੜਾਂਗੇ ਨਾ, ਮਹਾਰਾਜ ਜੀ ਨੇ ਜਿਹੜੀ ਮਹਾਰਾਜ ਕੋਲੇ ਦਾਤ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ, ਉਹ ਕਦੇ ਵੀ ਆਪਣੇ ਵਾਸਤੇ ਨਹੀਂ ਵਰਤੀ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਤੇ ਵੀ ਬੈਠ ਕੇ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ, ਪਰ ਉਹਨਾਂ ਦੇ ਅੰਦਰ ਦੇਖੋ ਇੰਨੀ ਸ਼ਕਤੀ ਸੀ, ਜੇ ਉਹਨਾਂ ਦੇ ਬਚਨ ਸਾਨੂੰ ਠੰਡ ਪਾ ਸਕਦੇ ਨੇ, ਉਹਨਾਂ ਦੀ ਬਾਣੀ ਸੁਖਮਨੀ ਸਾਹਿਬ ਪੜ੍ਹਦੇ ਆਪਾਂ ਨੂੰ ਠੰਡਕ ਪੈ ਜਾਂਦੀ, ਸ਼ਾਂਤੀ ਮਿਲਦੀ ਆ, ਤੇ ਕੀ ਉਹ ਤਤੀ ਤਵੀ ਨਹੀਂ ਠੰਡੀ ਕਰ ਸਕਦੇ ਸੀ? ਅੱਗ ਨੂੰ ਠੰਡਿਆ ਨਹੀਂ ਕਰ ਸਕਦੇ ਸੀ? ਕਰ ਸਕਦੇ ਸੀ, ਪਰ ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੇ ਵਾਸਤੇ ਉਹ ਸ਼ਕਤੀ ਦੀ ਵਰਤੋਂ ਮਹਾਰਾਜ ਜੀ ਨੇ ਨਹੀਂ ਕੀਤੀ। ਮਹਾਰਾਜ ਕਹਿਣ ਲੱਗੇ ਗੰਗਾ ਇਹ ਜਿਹੜੀ ਸ਼ਕਤੀ ਹੈ ਨਾ ਸਾਡੇ ਕੋਲੇ, ਇਸ ਨੂੰ ਅਸੀਂ ਆਪਣੇ ਵਾਸਤੇ, ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਵਰਤ ਸਕਦੇ। ਕਿਉਂਕਿ ਹੁਣ ਦੇਖੋ ਪ੍ਰਿਥੀ ਚੰਦ ਵੀ ਗੁਰਤਾ ਗੱਦੀ ਨੂੰ ਐਸ਼ ਪ੍ਰਸਤੀ ਦੀ ਚੀਜ਼ ਸਮਝਦਾ ਸੀ, ਵਸਤੂ ਸਮਝਦਾ ਸੀ, ਉਹ ਆਪਣੇ ਵਾਸਤੇ ਹੀ ਵਰਤਣਾ ਚਾਹੁੰਦਾ ਸੀ, ਨਿੱਜ ਵਾਸਤੇ ਵਰਤਣਾ ਚਾਹੁੰਦਾ ਸੀ। ਤਾਂ ਹੀ ਪ੍ਰਿਥੀ ਚੰਦ ਨੂੰ ਗੁਰਤਾ ਗੱਦੀ ਨਹੀਂ ਨਾ ਮਿਲੀ। ਤੇ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉਵੇਂ ਹੀ ਸ਼ਕਤੀਆਂ ਆਪਣੇ ਨਿੱਜ ਵਾਸਤੇ ਹੀ ਵਰਤਣੀਆਂ ਸ਼ੁਰੂ ਕਰ ਦਿੰਦੇ ਪ੍ਰਿਥੀ ਚੰਦ ਵਿੱਚ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕੀ ਫਰਕ ਰਹਿ ਜਾਂਦਾ? ਮਹਾਰਾਜ ਕਹਿਣ ਲੱਗੇ ਕਿ ਇਹ ਸ਼ਕਤੀ ਮੈਂ ਆਪਣੇ ਵਾਸਤੇ ਨਹੀਂ ਵਰਤ ਸਕਦਾ। ਹਾਂ, ਜੇ ਤੇਰੇ ਮਨ ਵਿੱਚ ਪੁੱਤਰ ਦੀ ਇੱਛਾ ਹੁਣ ਪੈਦਾ ਹੋ ਚੁੱਕੀ ਆ, ਮੈਂ ਇਹਨੂੰ ਮੇਟ ਤਾਂ ਨਹੀਂ ਸਕਦਾ। ਮਹਾਰਾਜ ਕਹਿੰਦੇ ਵੀ ਤੂੰ ਇੱਛਾ ਪੈਦਾ ਕਰ ਲਈ ਆਪਣੇ ਅੰਦਰ, ਪਰ ਕਹਿਣ ਲੱਗੇ ਜੇ ਤੂੰ ਹੁਣ ਪੁੱਤਰ ਪ੍ਰਾਪਤੀ ਦੀ ਇੱਛਾ ਪੈਦਾ ਕਰ ਲਈ ਹੈ ਤਾਂ ਕਿਸੇ ਗੁਰਸਿੱਖ ਦੀ ਸੇਵਾ ਕਰ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਖਸ਼ੇ ਹੋਏ ਕਿਸੇ ਸਿੱਖ ਦੀ ਸੇਵਾ ਕਰ। ਮਾਤਾ ਜੀ ਨੇ ਪੁੱਛਿਆ ਕਿਹਦੀ ਸੇਵਾ ਕਰਾਂ? ਤਾਂ ਮਹਾਰਾਜ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਦ ਸਿੱਖ ਨੇ, ਧੰਨ ਬਾਬਾ ਬੁੱਢਾ ਸਾਹਿਬ ਜੀ ਬੀੜ ਦੇ ਵਿੱਚ ਰਹਿੰਦੇ ਨੇ, ਇੰਦਰੇ ਜਿੱਤ ਨੇ। ਰਾਤਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਸਾਧ ਦੇ ਲੱਛਣ, ਬਾਣੀ ਵਿੱਚ ਸਾਧ ਸ਼ਬਦ ਵਰਤਿਆ ਨਾ, ਤੇ ਸੁਖਮਨੀ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਸਾਧੂ ਦੇ ਪ੍ਰਥਾਏ ਪੂਰੀ ਇੱਕ ਅਸ਼ਟਪਦੀ ਉਚਾਰਨ ਕਰ ਦਿੱਤੀ। ਤੇ ਭਾਈ ਗੁਰਦਾਸ ਜੀ ਲਿਖਦੇ 9 ਦਰਵਾਜੇ ਸਾਧ ਸਾਧ ਸਦਾਇਆ, ਕਿ ਆਪਣੇ 9 ਦਰਵਾਜ਼ਿਆਂ ਨੂੰ ਸਾਧ ਲਿਆ ਜੀ ਨੇ, ਉਹ ਸਾਧੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਦਰੀ ਜਿੱਤ ਮਹਾਂਪੁਰਸ਼ ਹੈ, ਤੇ ਉਹਨਾਂ ਦੇ ਕੋਲੇ ਗੁਰੂ ਦਾ ਸ਼ਬਦ ਹੈ, ਤੇ ਉਹਨਾਂ ਦੇ ਅੱਗੇ ਮੋਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਵੇਂ ਸ਼ੇਰ ਦੇ ਅੱਗੇ
हिरन जिहड़े आ भज जाया करदे ने ना, हिरन शेर दे अगे खड़दे नहीं। शेर दे अगे हिरनां दा कोई जोर नहीं चलदा। इस तरह ही बाबा बुढ़ा साहब जी इंद्री जित ने, वो शेर दी न्याई ने, उन्हां दे उत्ते काम क्रोध लोभ मोह हंकार दा कोई भी असर नहीं हैगा। तुसीं उन्हां दी सेवा करो, ते जे वो त्रुट जाहन, वो अरदास बेनती कर देन, तुहाडी बचन कर देन, तां गुरु नानक साहब जी महाराज त्रुट पैणगे। क्योंकि महाराज जी ने बाणी अंदर ये बचन कीते ने। महाराज कहंदे सतगुरु जिहड़े ने ना, वो सिखां दे अंदर ही वरतदे ने। सतगुरु जी सिखां दे अंदर ही वरतदे ने, सिख दे रूप विच ही किते ना किते वरतदे रहिंदे। जिवें रात भी आप जी नूं सरवण कराया सी कि गुरु अंगद देव जी महाराज सच्चे पातशाह किन्ना सत्कार करदे सी बाबा बुढ़ा साहब जी दा, कि भाई बलवंड नूं कहा कि गुरु दा शब्द सुना दिओ। भाई बलवंड ने जवाब दे दिता, कहन लगे जो चौंकी दा समा होवेगा उदों शब्द सुनावांगा, मैं तेनू पहलां कित्थों शब्द सुना दियां। जो शाम नूं कहंदे चौंकी दा कीर्तन दा समा होया, भाई बलवंड कीर्तन सुनाउण लगे गुरु अंगद देव जी महाराज जी नूं, ते महाराज जी ने कान ही नहीं धरिया। बड़ा यतन करदा कि महाराज जी शब्द सुन, पर महाराज जी सुनदे नहीं। भाई बलवंड बेनती करदा, महाराज की गल अज शब्द नहीं सुनदे। महाराज कहन लगे जो बाबा बुढ़ा साहब जी दे रूप विच तुहानूं कहा सी शब्द सुना दिओ, उदों तां सुनाया नहीं, उदों तां तुसीं मैनूं शब्द सुनाया नहीं। फिर भाई बलवंड कहन लगा मैं कीर्तन ही नहीं करदा, चला जाना। कहंदे चला गया, 5 दिन भुखा तुरिया फिरदा रहा, किसी ने मूँह नहीं लाया उन्होंने। पर जो उन्होंने गलती का एहसास होया कि महाराज जी को माफ़ी मंगदा, तो महाराज जी कहंदे बाबा बुढ़ा साहब जी को जा। उही फिर बाबा बुढ़ा साहब जी भाई बलवंड नूं महाराज दे कोल लैके आए कि महाराज जी नूं माफ़ कर दिओ, माफ़ी भी दवाई। फिर उत्थे महाराज जी ने बचन कीते कि जो कोई भी सिख प्रेम वस होके बेनती करदा ना, गुरु दे प्रेम विच भरिया होया प्रेम वस होके बेनती करदा है, ते उदों गुरु आप उस सिख विच वरतदा पिया हुंदा है, उहदी मंग पूरी कर देनी चाहिदी है। इन्ना गुरु दा सिख ते गुरु जिहड़ा है आपस दे विच लीन हो जांदे। जिवें भाई पारो जुलका जी नूं गुरु अमरदास जी महाराज ने कह दिता सी कि भाई पारो जी हुण तुहाडे विच मेरे विच कोई अंतर नहीं रह गया, जां तां तुसीं अपना शरीर रख लो, मैं सचखंड चला जाना, ते जां तुहानूं सचखंड जाना पवेगा, तुहानूं शरीर त्यागना पवेगा। हुण आपां इक्को शरीर दे विच ही रह करके जिहड़ा है सिੱਖੀ दा प्रचार करांगे। हुण 2 शरीरां दी लोड़ नहीं। ते भाई पारो जुलका जी ने कहा सी महाराज तुसीं संसार विच रहो, तुसीं गुरु हो, मैं सिੱਖ हां, मैं तुहाडे विच लीन होना चाहुंदा। भाई पारो जुलका घरे गए, जाके शरीर त्याग दिता, ते महाराज जी दे विच लीन हो करके सिੱਖੀ दा प्रचार करते रहे भाई पारो जुलका जी। इन्ना गुरु ते सिख दा आपस विच जिहड़ा है लीन हो जाता, गुरु का सिख फर्क नहीं रह जाता। तां ही महाराज जी कलगीधर पातशाह जी भी वचन कहंदे ना, खालसा मेरो रूप है खास, भी खास रूप है मेरे विच ते खालसे विच कोई अंतर नहीं। सिख इन्ना गुरु दे विच लीन हो जाता, जुड़ जाता गुरु दे नाल। बाबा बुढ़ा साहब जी दे बारे महाराज जी ने सिफत की, वडियाई की। माता गंगा जी ने सुनिया, गए पहले दिन गए, जिवें भाई संतोख सिंह जी ने लिखिया, हार शिंगार करके गड्डियां ते चढ़ के वधिया पकवान मठियाइयां लैके दास दासियां नूं नाल लैके बीड़ वाल नूं चले गए। जो बीड़ दे नेड़े गए बाबा जी दा स्थान आया ना, ते बाबा जी ने सहज सुभाई पुछ लिया। बाबा जी पूछते भी ये कौन आ रहा, तो उस समय सेवादार कहन लगा कि गुरु के महल आ रहे हैं। बाबा जी कहन लगे रामदासपुरे वालियां नूं, क्योंकि श्री अमृतसर साहब का नाम पहला चक रामदासपुर सी। महाराज जी बाबा बुढ़ा साहब जी कहन लगे रामदासपुरे वालियां नूं किधर दियां भाजड़ां पै गईयां, ये बचन कर दिता। हुण साधु बोले सहज सुभाए, गुरबाणी की पंक्ति नहीं, एक लोकत दी है, अखान ही आपां कह लीए कि साधु बोले सहज सुभाए, साधु का बोलिया बिरथा ना जाए। बाणी विच भी बचन आउंदा, प्रभु जी बसै साध की रसना, कि जिहड़े प्रभु आ साधु दे रसना ते वसदे। जो साधु कोई बचन कर दिंदा वो बचन अटल हुंदा। गुरु अर्जन देव जी महाराज सच्चे पातशाह जी दा बाणी अंदर बचन है, महाराज कहंदे गिर बसुदा जल पवन जाएगो, साध बचन अटलादा। गिर पहाड़ भी खत्म हो सकते हैं,
जल भी रुक सकदा चलदा होया, पवन रुक सकदी, अग भी जिहड़ी आ उहदा साड़न वाला सुभाव ठंडा हो सकदा है। पर कहंदे जिहड़ा साधु ने बचन कर दिता ना, वो बचन अटलादा हुंदा, उस बचन नूं कोई टाल नहीं सकदा। माता जी गए, माता जी ने जो जाके नमस्कार कीती है बाबा जी ने। बाबा जी पुछदे अगों, माता जी किवें आए हो, किधर दी भाजड़ पई हुई तुहानूं? उदों ही शरीर एकदम कंब गया कि बाबा जी ने किहड़ा बचन कर दिता। भी तो गुरु नानक साहब जी महाराज दे बख्शे हुए सिख ने, जिन्हां नूं गुरु नानक साहब जी ने बचन कीते सी, तेथों कदे ओले ना हो सां, भी इन्हां ने किहड़ा ये बचन कर दिता। फिर भी बेनती की कि गुरु महाराज जी दे प्रेरे होए असीं पुत्र प्राप्ति वास्ते आए हैं, इच्छा है मन दे विच गुरु नानक साहब जी महाराज दी गद्दी दा वारस चाहीदा। ते अगों बाबा बुढ़ा साहब जी निमरता विच कहंदे, माता मैं तां इस घर दा घाह ही हाँ, आ देख बीड़ विच रहिना, जंगल विच रहिना, इत्थे कोई नहीं आउंदा, सारा दिन इत्थे मैं घाह खोतदा रहिना, सेवा करदा, गुरु घर दा घाह ही हाँ। गुरु अर्जन देव जी महाराज दे सच्चे पातशाह जी दे कोले सारियां शक्तियां ने, सारे पदार्थ ने, वो सारियां दियां झोलियां भरन वाच समर्थ ने, वो सब कुछ करन वाले ने। जे तुहानू पुत्र प्राप्ति की इच्छा है ना, तो उन्होंने जाके बेनती करो। मैं की हाँ, मेरे अंदर कहंदे कुछ भी नहीं। माता गंगा जी उत्थों निराश होके उदास होके आ गई। हुण प्रशादा भी नहीं छकिया। दासियां ने कहा कि माता जी प्रशादा छक लो, कहन लगे नहीं। शाम नूं कहंदे गुरु अर्जन देव जी महाराज सच्चे पातशाह जी महलां विच आए आ। माता जी का उदास चेहरा फिर देखिया, पुछया कि गंगा गए सी बाबा बुढ़ा साहब जी दे कोल? माता गंगा जी कहन लगे, हाँ स्वामी जी गए सी। कहन लगे की बचन कीता? कहन लगे महाराज जी बाबा जी ने तां बचन कर दिता, इन्हां नूं किधर दियां भाजड़ां पईयां होईयां। गुरु अर्जन देव जी महाराज कहन लगे समा इस तरह का ही है, ये आपां नूं एक बार जरूर इत्थों जाना पवेगा, ये बचन सत्य होवेगा महापुरुषां दा। पर पुछया कि गए किवें सी? कहन लगे असीं तैयार होके दास दासियां नूं नाल लैके गड्डियां ते चढ़ के मिठे पकवान लैके तैयार करके सब कुछ लैके गए सी। पर बाबा जी ने ना तां कोई पदार्थ छकिया ते ना ही अरदास कीती, उन्होंने बचन भी नहीं कीता। ये कह दिता कि गुरु अर्जन देव जी महाराज समर्थ ने, उन्हां दे घर तो लखां लोग वरसाए जाते ने, लखां दियां मंगां पूरियां करते ने, झोलियां भरते ने, तुसीं उन्हां दे दर तो जाके मंगो, मेरे कोले की है, मैं तां गुरु घर दा काही हाँ। महाराज जी ने वेख लिया कि किते कोई गलती हो गई। पर देखियो माता गंगा जी गलती विच नहीं सी। ये कौतक ने सानू समझाउण वास्ते, जिन्ने भी महाराज जी ने कौतक कीते ना, एक कला कौतक महाराज जी दे सारे ये सानू ही समझाउण वास्ते सी कि एक जो महापुरुष है बंदगी करन वाला, जे उहदे कोलों कुछ प्राप्त करना है तां सानू उहदे कोले किवें जाना चाहिए, किहड़े तरीके नाल जाना चाहिए। जदों माता जी ने दस दिता ते गुरु अर्जन देव जी महाराज कहन लगे नहीं, तुसीं गलती कर बैठे। महापुरुषां दे कोले तां हमेशा निमरता विच जाईदा, उन्हां दे चरणां दी धूड़ी बन के जाईदा, क्योंकि वह महापुरुष जिहड़े ने प्रेम दे बज्जे हुंदे ने, प्रेम दे बज्जे हुंदे ने, ते निमरता दे विच जा करके उन्हां दे अगे बेनती करनी चाहिदी है। इस करके तुसीं निमरता दे विच जाओ। फिर माता गंगा जी कहन लगे महाराज जी मैं भुल गई, गलती कर बैठी, तुसीं हुण मैनूं दिशा निर्देश दिओ भी मैं किवें जावां। हुण माता जी नहीं भुले हुए सी, पर सानू इह वास्ते सिक्ख्या देनी सी कि जिहड़ा इतिहास पढ़ेगा, साखी नूं सुनेगा, उहनूं पता लगेगा कि साधु दी संगत विच किवें जाईदा। फिर बाबा जी दे बारे दसिया, बाबा जी दी वडियाई कीती कि देखो गुरु नानक साहब जी दे दर्शन कीते ने उन्हां ने, पंज पातशाहियां दी सेवा विच रहे ने, इंद्री जित महापुरुष ने, जो बचन कर दिंदे ने ना वो सत हो जाता है। उन्हां दी संगत करके संसार सागर तर जाते ने लोग, क्योंकि गुरु अमरदास जी महाराज जी ने बचन कीते सी सिੱਖੀ अवधि तिसते परे कोई नहीं, भी सिੱਖੀ दी हद ने बाबा बुढ़ा साहब जी, इन्हां तो वध कोई सिੱਖੀ कमा नहीं सकता। जिहड़ा भी बाबा बुढ़ा साहब जी का नाम धन धन बाबा बुढ़ा साहब जी करके शरधा भावना नाल लवेगा, उन्हां दे सारे दुख कलेश जिहड़े ने वो दूर हो जाते हैं।
गुरु अर्जन देव जी महाराज सच्चे पातशाह जी ने अपने सेवक की वडियाई की, क्योंकि बाणी विच भी बचन आउंदा ना, हर जी अपनी वडियाई भाव दी जन का जयकार कराई। जना भगतां दे विच बैठ के ही वाहिगुरु अपनी वडियाई करवाउंदा, उन्हां दी भी करवाउंदा। लोग उन्हां नूं नमस्कारां करदे ने। आपां बचन पढ़दे ना महाराज जी, धन 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 जन आया जिस प्रसाद सब जगत तराया, जन आवन का इह सुआओ, जन कै संग चित आवे नाओ, आप मुक्त मुक्त करे संसार, नानक तिस जन को सदा नमस्कार। गुरु अर्जन देव जी महाराज सच्चे पातशाह इहो जे भगतां नूं गुरसिखां नूं सदा ही नमस्कार करदे, बंदगी करन वालियां रूहां नूं। महाराज कहन लगे बड़े ही वडभागे ने ओह, गुरु नानक साहब जी महाराज की संगत की उन्होंने सब तो पहला, महाराज दियां बख्शां लईआं ने ते उन्हां दी संगत विच निमरता विच जाईदा। सेवा करनी उन्हां दी तां अमृत वेले उठ के इशनान करके अपने हत्थीं कहंदे अद्धी कणक पा के अद्धे छोले पा के पीसिओ, फिर आटा बरीक पीस करके उहदे विच लूण पायो, लूण पा के प्रशादे तैयार करियो, बहुत सारा घ्यो पा करके, घ्यो पा करके उन्होंने चोपड़ के प्रशादियां नूं बनायो। जदों प्रशादे तैयार हो गए फिर नाल उहदे लस्सी लियो, लस्सी विच अद्धा पानी पा के गाढ़ी लस्सी लैके, पर होवे थोड़ी जी खट्टी, जिवें भाई संतोख सिंह जी लिखते ने, उन्होंने लिखा कि थोड़ी जी खट्टी होवे लस्सी, 3-4 मोटे मोटे गंढे लियो, मक्खन लै करके ये सारिया चीज़ां अपने हथीं तैयार करके सिर ते रख के नंगे पैरी चल के जाओ। तुसीं हुण देखो साधु दी शरण विच हंकार नाल नहीं जाना चाहिए। दस दिता महाराज जी ने ढंग तरीका दस दिता, जुगती दस दिती महाराज जी ने। हुण माता जी अमृत वेले उठे, उठ के इशनान किया, अपने हथीं छोले ते कणक नूं पी के आटा बनाया, प्रशादा तैयार किया। दासियां कहिंदियां रहियां माता जी नूं कि माता जी असीं नाल सेवा करवा दिंदियां, पर माता जी कहिंदे नहीं मैं आप ही करांगी। सारी सेवा आप कीती, लस्सी तैयार कीती है, गंढे लए है, सब कुछ लैके सिर बन करके उन्हां नूं सिर ते रख के तुर पए, बाणी दा जाप करदे होए। नाल दासियां तुर पईयां, दासियां नूं मगर हटा दिता कि तुसीं नहीं आउणा। फिर भी 2 दासियां मगर तुर पईयां। भाई संतोख सिंह जी लिखते हैं कि 2 दासियां मगर तुरियां जांदियां कि माता जी ने कदे इन्नी खेचल नहीं कीती सी, क्योंकि 10 दासियां सी वो सेवा करन ही नहीं दिंदे सी। पर हुण माता जी तुरे जांदे आ ते अग्गों जदों भीड़ विच पहुंचे ना ते अगे बाबा बुढ़ा साहब, भाई संतोख सिंह जी लिखते कि बाबा बुढ़ा साहब जी भुखे बैठे अज। ते जदों माता जी गए ना, उठ के एक दिन एकदम उठ के माता गंगा जी के सिर तो वो प्रशादे लवाए आ, प्रशादे लवा के थले रखे ते कहन लगे माता जी तुसी अपने बच्चों का बहुत ख्याल रखते हो, बड़ी अज भुख लगी मैनू। ते कहंदे जिवें एक माता, उत्थे भाई संतोख सिंह ने प्रमाण दिता कि जिवें एक माता नूं पता लग जाता ना कि मेरे बच्चे नूं भुख लगी है, तो माता सारे काम छड्ड के अपने बच्चे नूं दुध पिआउंदी है जां प्रशादा छकाउंदी है कि मेरे पुत्र नूं भुख लगी हुई। ते बाबा जी कहिंदे माता जी इस तरह ही तुसीं मेरे वास्ते भी, मैनूं भी बड़ी भुख लगी हुई सी, तुसीं मेरे वास्ते प्रशादा लै करके आए हो। ते साडा इतिहास कहिंदा कि बाबा जी ने प्रशादा छकिया बड़े प्यार दे नाल, ते बड़ियां बख्शिशां करी गए कि माता जी तुसीं धन हो, तुसीं इन्ना ख्याल रखते हो अपने पुत्रां दा। ते बाबा जी जो बड़े प्रसन्न होए, हाथ धोआए, बाबा जी दे चुली पढ़ दी, बाबा जी ने चुला लै करके अरदास करन लगे। ते माता जी कहन लगे कि बाबा जी गुरु नानक साहब जी महाराज की गद्दी का वारस चाहिए। ते उस समय देखियो इतिहासकारां ने लिखिया, एक विद्वान तां यह लिखदा कि मां बाबा जी ने उदों ही यह बचन कर दिता कि तुमरे गृह प्रगटेगा जोधा, जाका बाल गुण किन्हू ना सोधा। कि माता जिवें तू मैनू भुखे नूं रजाया ना कि मैं भुखा बैठा सी, ते तू मेरे वास्ते बड़ी भावना नाल प्रशादा तैयार करके लैके आई, मैनू रजा दिता, तृप्त कर दिता है। इसे तरह ही माता तू जे तेरे अंदर भी पुत्र प्राप्ति की इच्छा भुख है ना, तू भी रज जावेंगी, तृप्त हो जावेंगी, तेरी इच्छा पूरी होवेगी। फिर उदों कहंदे भाई संतोख सिंह जी लिखते हैं कि बदल गरजिया, बिजली लिशकी, 10 दिशावां विच प्रकाश होया बिजली दा,
ਤੇ ਜਦੋਂ ਇੰਨਾ ਚਾਨਣ ਹੋਇਆ, ਬੱਦਲ ਗਰਜਿਆ, ਥੋੜੀ ਥੋੜੀ ਬੂੰਦਾਬਾਂਦੀ ਵੀ ਹੋਣ ਲੱਗ ਪਈ ਤੇ ਬਾਬਾ ਜੀ ਨੂੰ ਐ ਮਹਿਸੂਸ ਹੋਇਆ ਜਿਵੇਂ ਬੱਦਲ ਗਰਜ ਕੇ ਕਹਿ ਰਹੇ ਹੋਣ ਕਿ ਬਾਬਾ ਜੀ ਬਚਨ ਕਰ ਦਿਓ, ਅੱਜ ਤੁਸੀਂ ਬਚਨ ਕਰ ਦਿਓ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਨਾ, ਸ਼ਬਦ ਆਉਂਦਾ ਆਪਾਂ ਪੜ੍ਹਦੇ, ਚਲੋ ਗੁਰਬਾਣੀ ਦੇ ਅਰਥ ਅੰਤਰੀਵ ਵੀ ਹੁੰਦੇ ਨੇ ਤੇ ਕਈ ਸ਼ਬਦ ਜਿਹੜੇ ਆ ਕਿਸੇ ਪਰਥਾਏ ਮਹਾਂਪੁਰਸ਼ਾਂ ਨੇ, ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ। ਜਿਵੇਂ ਬਚਨ ਆਪਾਂ ਪੜ੍ਹਦੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਜਦੋਂ ਘਰ ਦੇ ਵਿੱਚ ਪੁੱਤਰ ਆਇਆ ਸੀ ਨਾ, ਤੇ ਮਹਾਰਾਜ ਜੀ ਨੇ ਉਦੋਂ ਇਹ ਸ਼ਬਦ ਉਚਾਰਨ ਕੀਤਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਉਹਦੇ ਵਿੱਚ ਇਹ ਬਚਨ ਕੀਤੇ ਸੀ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਧੁਰ ਤੋਂ ਆਕਾਸ਼ ਬਾਣੀ ਆਈ ਕਿ ਬਾਬਾ ਜੀ ਤੁਹਾਡੇ ਦਰ ਤੇ ਅੱਜ ਮਾਤਾ ਆਈ ਹੈ ਤੇ ਤੁਸੀਂ ਅੱਜ ਬਚਨ ਕਰ ਦਿਓ, ਤੁਹਾਡਾ ਬਚਨ ਕਿਹਾ ਹੋਇਆ ਅੱਜ ਸੱਤ ਹੋ ਜਾਣਾ। ਇਹ ਧੁਰ ਤੋਂ ਬਾਣੀ ਆਈ ਸੀ ਬਾਬਾ ਜੀ, ਕਿਉਂਕਿ ਖੁਸ਼ ਹੋ ਗਏ ਬਾਬਾ ਜੀ। ਜਦੋਂ ਬਾਬਾ ਜੀ ਖੁਸ਼ ਹੋ ਗਏ ਤੇ ਬਚਨ ਬਿਲਾਸ ਬਾਬਾ ਜੀ ਨੇ ਖੁਸ਼ੀ ਨਾਲ ਕੀਤੇ ਕਿ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਜਿਹਦੀ ਤਲਵਾਰ ਆ ਬਿਜਲੀ ਦੀ ਤਰ੍ਹਾਂ, ਜਿਵੇਂ ਬਿਜਲੀ ਲਿਸ਼ਕਦੀ ਹੈ ਨਾ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਉਹਨਾਂ ਦੀ ਤਲਵਾਰ ਲਿਸ਼ਕਿਆ ਕਰੇਗੀ। ਜਿਵੇਂ ਆ ਬੱਦਲ ਗੱਜਦਾ ਪਿਆ, ਉਵੇਂ ਇਹ ਜੰਗ ਦੇ ਮੈਦਾਨ ਅੰਦਰ ਗੱਜਿਆ ਕਰਨਗੇ। ਭਾਵੇਂ ਇਹਨਾਂ ਕੋਲੇ ਥੋੜੇ ਹੀ ਸੂਰਮੇ ਹੋਣ, ਪਰ ਲੱਖਾਂ ਦੀ ਗਿਣਤੀ ਵਿੱਚ ਜੇ ਦੁਸ਼ਮਣ ਚੜ ਕੇ ਆਇਆ ਹੋਵੇਗਾ ਨਾ, ਉਹ ਦੁਸ਼ਮਣ ਵੀ ਹਾਰ ਕੇ ਜਾਇਆ ਕਰੇਗਾ, ਇਹਨਾਂ ਦੇ ਸਾਹਮਣੇ ਟਿਕ ਨਹੀਂ ਸਕੇਗਾ। ਪਰ ਜਿੱਥੇ ਇਹ ਏਡੇ ਵੱਡੇ ਯੋਧੇ ਹੋਣਗੇ, ਉੱਥੇ ਇਹ ਪਰਉਪਕਾਰੀ ਹੋਣਗੇ। ਜਿਵੇਂ ਆ ਦੇਖੋ, ਥੋੜਾ ਥੋੜਾ ਕਹਿੰਦੇ ਉਦੋਂ ਮੀਂਹ ਪੈ ਰਿਹਾ ਸੀ, ਬੂੰਦਾਬਾਂਦੀ ਹੋ ਰਹੀ ਸੀ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਜ਼ਰੂਰੀ ਇਹ ਨਹੀਂ ਕਿ ਸੂਰਮੇ ਹੀ ਹੋਣਗੇ, ਨਾਲ ਪਰਉਪਕਾਰੀ ਵੀ ਹੋਣਗੇ। ਐਡੇ ਪਰਉਪਕਾਰੀ ਹੋਣਗੇ ਗੁਰੂ ਦੇ ਸ਼ਬਦ ਦੇ ਨਾਲ। ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਜੀਵ ਨੇ ਨਾ, ਉਹਨਾਂ ਦੇ ਹਿਰਦਿਆਂ ਨੂੰ ਸਿੰਜਿਆ ਕਰਨਗੇ ਗੁਰੂ ਦੇ ਸ਼ਬਦ ਦੇ ਨਾਲ। ਤਾਂ ਹੀ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਕਿ ਬਹੁਤ ਜ਼ਿਆਦਾ ਪਰਉਪਕਾਰ, ਪਰਾਇਆਂ ਦਾ ਵੀ ਭਲਾ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਡੇ ਘਰ ਵਿੱਚ ਹੋਣਗੇ। ਫਿਰ ਉੱਥੇ ਬਚਨ ਕੀਤੇ ਭਾਈ ਸੰਤੋਖ ਸਿੰਘ ਜੀ ਨੇ। ਪ੍ਰਸੰਗ ਤਾਂ ਬਹੁਤ ਲੰਮਾ, ਪਰ ਆਪਾਂ ਟੂਕ ਮਾਤਰ। ਬਾਬਾ ਜੀ ਕਹਿਣ ਲੱਗੇ ਇਹ ਗੱਦੀ ਤੇ ਨਹੀਂ ਬੈਠੇਗਾ, ਇਹ ਤਖਤ ਬਣਾਵੇਗਾ, ਤਖਤ ਤੇ ਬੈਠੇਗਾ। ਗੱਦੀ ਦੀ ਮਰਿਆਦਾ ਬਸ ਪੰਜਵੇਂ ਪਾਤਸ਼ਾਹ ਤੱਕ ਰਵੇਗੀ। ਇਹ ਤਖਤ ਸਜਾਉਣਗੇ, ਤਖਤ ਤੇ ਬੈਠਣਗੇ, ਤਖਤ ਤੇ ਬੈਠ ਕਰਕੇ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਯੋਧੇ ਹੋਣਗੇ। ਇਹਨਾਂ ਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕੇਗਾ। ਦੁਸ਼ਮਣ ਚੜ ਕੇ ਵੀ ਆਉਣਗੇ ਨਾ, ਉਹ ਇਹਨਾਂ ਤੋਂ ਹਾਰ ਕੇ ਜਾਇਆ ਕਰਨਗੇ। ਬੜੇ ਬਚਨ ਬਾਬਾ ਜੀ ਨੇ ਕੀਤੇ ਖੁਸ਼ ਹੋ ਕਰਕੇ। ਤੇ ਜਦੋਂ ਇਹ ਬਚਨ ਕਰ ਦਿੱਤੇ, ਉਦਣ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਇਤਿਹਾਸ ਦੇ ਵਿੱਚ ਕਿ ਇਹ ਜਿਹੜਾ ਦਿਨ ਸੀ ਨਾ, 1651 ਬਿਕਰਮੀ ਸੰਮਤ ਤੇ 21 ਅੱਸੂ ਦਾ ਦਿਨ ਸੀ। 21 ਅੱਸੂ ਵਾਲੇ ਦਿਨ ਬਾਬਾ ਜੀ ਨੇ ਬਚਨ ਕੀਤੇ। ਹੁਣ ਦਾਸ ਇੱਥੇ ਇੱਕ ਬੇਨਤੀ ਹੋਰ ਕਰੇਗਾ ਕਿ ਦੇਖਿਓ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਕਿਉਂ ਚੁਣਿਆ, ਇਹਦੇ ਬਾਰੇ ਤੁਸੀਂ ਰਾਤ ਦੇ 2 ਦੀਵਾਨਾਂ ਵਿੱਚ ਸੁਣ ਚੁੱਕੇ ਹੋ ਵੀ ਬਾਬਾ ਜੀ ਦੀ ਬੜੀ ਵੱਡੀ ਘਾਲਣਾ ਹੈ। ਆਦ ਸਿੱਖ ਨੇ, 6ਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਇਹ ਪੁਰਾਤਨ ਸਿੱਖ ਹੈ, ਪੁਰਾਤਨ ਸਿੱਖ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ। ਤੇ ਉਹਨਾਂ ਦੇ ਕੋਲੋਂ ਅਰਦਾਸ ਬੇਨਤੀ ਕਰਾਉਣਾ, ਬਚਨ ਕਰਾਉਣ ਦਾ ਕਾਰਨ ਸੀ ਕਿ ਦੇਖੋ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾ ਨੇ, ਬਾਬਾ ਪ੍ਰਿਥੀ ਚੰਦ ਨੇ ਬਚਨ ਕਰ ਦਿੱਤਾ ਸੀ ਕਿ ਇਹ ਔਂਤਰੇ ਜਾਣਗੇ। ਤੇ ਸਿੱਖਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਕਿ ਇਹ ਵੀ ਗੁਰੂ ਦੇ ਹੀ ਸੁਪੁੱਤਰ ਨੇ, ਇਹਨਾਂ ਦਾ ਕਿਹਾ ਹੋਇਆ ਜਿਹੜਾ ਹੈ ਉਹ ਸੱਚ ਹੋਵੇਗਾ, ਇਹਨਾਂ ਦਾ ਕਿਹਾ ਹੋਇਆ ਸੱਚ ਹੋਵੇਗਾ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਵੱਡੇ ਭਰਾ ਦਾ ਬਚਨ ਟਾਲ ਸਕਦੇ ਸੀ, ਮੋੜ ਸਕਦੇ ਸੀ ਆਪ ਅਰਦਾਸ ਬੇਨਤੀ ਕਰਕੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਜੇ ਕੋਈ ਅਹੰਕਾਰ ਵਿੱਚ ਆ ਕੇ ਬਚਨ ਕਰ ਦਿੰਦਾ ਹੈ ਨਾ, ਜਾਂ ਕਿਸੇ ਨੂੰ ਵਰ ਸ਼ਰਾਪ ਕੋਈ ਦੇ ਦਿੰਦਾ ਹੈ, ਤੇ ਉਹ ਦਿੱਤੇ ਕੀਤੇ ਹੋਏ ਬਚਨ ਨੂੰ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਇੱਕ ਸਿੱਖ ਵੀ ਮੋੜ ਸਕਦਾ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰਕੇ ਬਾਬਾ ਪ੍ਰਿਥੀ ਚੰਦ ਦਾ ਬਚਨ ਜਿਹੜਾ ਸੀ ਉਹ ਕੱਟ ਕਰ ਦਿੱਤਾ ਸੀ, ਉਹਨੂੰ ਕੱਟ ਦਿੱਤਾ ਬਚਨ।
ਤੇ ਸਮਾਂ ਦੇਖਿਓ ਇਸ ਤਰ੍ਹਾਂ ਦਾ ਆਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਮਾਂ ਵੇਖਿਆ ਕਿ ਪ੍ਰਿਥੀ ਚੰਦ ਗੋਂਦਾਂ ਗੁੰਦਦਾ ਹੁਣ। ਉਹਨੂੰ ਪਤਾ ਲੱਗ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕਰ ਦਿੱਤਾ, ਤੇ ਉਹਨੇ ਸਮਝਿਆ ਕਿ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੈਂ ਸਰਕਾਰੇ ਦਰਬਾਰੇ ਪਹੁੰਚ ਕਰਕੇ ਇਹਨਾਂ ਨੂੰ ਇੱਥੋਂ ਮਾਰ ਕੁੱਟ ਕੇ ਅੰਮ੍ਰਿਤਸਰ ਸਾਹਿਬ ਤੋਂ ਕੱਢ ਦੇਵਾਂ। ਉਹਨੇ ਫਿਰ ਸੁਲਹੀ ਖਾਂ ਨੂੰ ਜਿਹੜਾ ਸੀ ਉਹਦੇ ਤੱਕ ਪਹੁੰਚ ਕਰਕੇ ਉਹਨਾਂ ਨਾਲ ਵਿਚਾਰ ਕਰਕੇ ਉਹਨਾਂ ਨੂੰ ਚੜਾ ਕੇ ਲਿਆਂਦਾ। ਤੇ ਮਹਾਰਾਜ ਜੀ ਨੇ ਪਤਾ ਲੱਗਾ, ਮਹਾਰਾਜ ਜੀ ਨੇ ਪਹਿਲਾਂ ਹੀ ਕਿ ਦੁਨੀਆ ਦਾ ਲੋਕਾਂ ਦਾ ਨੁਕਸਾਨ ਨਾ ਹੋਵੇ, ਤੇ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਛੱਡ ਦਿੱਤਾ। ਛੱਡਿਆ ਕਿਉਂ? ਕਿਉਂਕਿ ਮਹਾਰਾਜ ਜੀ ਦੇ ਅੰਦਰ ਬੀਤ ਰਾਗ ਵੀ ਸੀ, ਵਿਰਾਗ ਵੀ ਸੀ ਮਹਾਰਾਜ ਦੇ ਅੰਦਰ, ਕਿ ਮਹਾਰਾਜ ਕਹਿੰਦੇ ਕਿ ਜੇ ਸਾਨੂੰ ਕਿਤੇ ਲੋੜ ਪਵੇ, ਕਿਉਂਕਿ ਇਕੱਲੇ ਸਥਾਨ ਕਰਕੇ ਨਹੀਂ, ਜੇ ਲੋੜ ਪਵੇ ਤੇ ਅਸੀਂ ਉਸ ਸਥਾਨ ਨੂੰ ਵੀ ਛੱਡ ਸਕਦੇ ਹਾਂ। ਮਹਾਰਾਜ ਜੀ ਕਹਿੰਦੇ ਜੋਤ ਤਾਂ ਗੁਰੂ ਦੀ ਸਰੀਰ ਵਿੱਚ ਹੀ ਵਰਤਦੀ ਪਈ ਆ ਨਾ, ਗੁਰੂ ਤਾਂ ਜਿੱਥੇ ਮਰਜ਼ੀ ਜਾ ਕੇ ਬਹਿ ਜਾਵੇ। ਮਹਾਰਾਜ ਦੀ ਬਾਣੀ ਕਹਿੰਦੀ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਪ੍ਰਿਥੀ ਚੰਦ ਦੇ ਮਨ ਵਿੱਚ ਸੋਚ ਸੀ ਕਿ ਸ਼ਾਇਦ ਅੰਮ੍ਰਿਤਸਰ ਦੀ ਧਰਤੀ ਤੇ ਹੀ ਗੁਰੂ ਆ, ਬਸ ਇੱਥੇ ਜੇ ਮੈਂ ਬੈਠ ਜਾਵਾਂਗਾ ਮੇਰੀ ਪੂਜਾ ਹੋਣ ਲੱਗ ਪਵੇਗੀ। ਉਹਨੇ ਇੱਕ ਗੋਂਦ ਗੁੰਦੀ ਸਾਰੀ ਵਿਉਂਤ ਬਣਾਈ ਉਹਨੇ, ਪਰ ਮਹਾਰਾਜ ਜੀ ਪਹਿਲਾਂ ਹੀ ਜਾਣ ਗਏ, ਤੇ ਮਹਾਰਾਜ ਜੀ ਉੱਥੋਂ ਜਿਹੜਾ ਸੀ ਗੁਰੂ ਕੀ ਵਡਾਲੀ ਛੇਹਰਟਾ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ, ਮਹਾਰਾਜ ਜੀ ਉੱਥੇ ਚਲੇ ਗਏ। 10 ਮਹੀਨੇ ਬਾਅਦ ਭਾਵ 1652 ਬਿਕਰਮੀ ਸੰਮਤ 21 ਹਾੜ ਨੂੰ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਗੁਰੂ ਕੀ ਵਡਾਲੀ ਛੇਹਰਟਾ ਸਾਹਿਬ। ਇਸ ਖੁਸ਼ੀ ਦੇ ਵਿੱਚ ਮਹਾਰਾਜ ਜੀ ਨੇ ਉੱਥੇ 6 ਹਲਟਾਂ ਵਾਲਾ ਖੂਹ ਲਾਇਆ ਸੰਗਤ ਦੇ ਵਾਸਤੇ, ਵੀ ਤਾਂ ਉੱਥੇ ਛੇਹਰਟਾ ਸਾਹਿਬ ਨੂੰ ਕਿਹਾ ਜਾਂਦਾ 6 ਹਲਟਾਂ ਵਾਲਾ ਖੂਹ। ਤੇ ਬਾਬਾ ਜੀ ਦਾ ਜਿਹੜਾ ਬਚਨ ਸੀ ਉਹ ਸੱਤ ਹੋਇਆ, ਤੇ ਮਹਾਰਾਜ ਜੀ ਨੇ ਸ਼ੁਕਰਾਨਾ ਕਰਦਿਆਂ ਹੋਇਆਂ ਇਹ ਬਚਨ ਕੀਤੇ ਸੀ, ਗੁਰੂ ਨਾਨਕ ਤੁਠਾ ਕੀਨੀ ਦਾਤ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਤੇ ਗੁਰੂ ਨਾਨਕ ਮਹਾਰਾਜ ਜੀ ਤੁਠੇ ਕਿਹਦੇ ਕਰਕੇ? ਬਾਬਾ ਜੀ ਦੀ ਸੇਵਾ ਕਰਕੇ। ਮਹਾਰਾਜ ਜੀ ਨੇ ਸਾਨੂੰ ਇਹ ਸਮਝਾ ਦਿੱਤਾ ਕਿ ਗੁਰਸਿੱਖੋ, ਜੇ ਤੁਸੀਂ ਕੁਝ ਪ੍ਰਾਪਤ ਕਰਨਾ ਨਾ, ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੇ ਜਿਹੜੇ ਬਖਸ਼ੇ ਹੋਏ ਗੁਰਸਿੱਖ ਗੁਰਮੁਖ ਪਿਆਰੇ ਨੇ, ਉਹਨਾਂ ਦੀ ਸੰਗਤ ਕਰਿਆ ਕਰੋ। ਪ੍ਰੇਮ ਸ਼ਰਧਾ ਭਾਵਨਾ ਨਾਲ ਨਿਮਰਤਾ ਦੇ ਨਾਲ ਉਹਨਾਂ ਦੀ ਸੰਗਤ ਕਰੋਗੇ ਨਾ, ਤੇ ਤੁਹਾਡੀਆਂ ਹਰ ਮਨੋਕਾਮਨਾ ਜਿਹੜੀਆਂ ਪੂਰੀਆਂ ਹੋਣਗੀਆਂ। ਰਾਤਵੀਦਾਸ ਨੇ ਬੇਨਤੀ ਕੀਤੀ, ਗੁਰਬਾਣੀ ਵਿੱਚ ਸਾਧ ਸ਼ਬਦ ਵਰਤਿਆ, ਤੇ ਬਾਬਾ ਬੁੱਢਾ ਸਾਹਿਬ ਜੀ ਸਾਧ ਨੇ, ਇੰਦਰੀ ਜਿੱਤ ਨੇ। ਗੁਰਬਾਣੀ ਵਿੱਚ ਸੰਤ ਸ਼ਬਦ ਆਇਆ, ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ, ਸੰਤ ਗੁਣਾਂ ਦਾ ਨਾਮ ਹੈ। ਤੇ ਮਹਾਰਾਜ ਜੀ ਨੇ ਸੰਤ ਦੀ ਪਰਿਭਾਸ਼ਾ ਦਿੱਤੀ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਕਦੇ ਭੁੱਲਦਾ ਹੀ ਨਹੀਂ, ਉਹ ਭਾਵੇਂ ਆਪ ਨਾਮ ਜਪੀ ਜਾਂਦੇ, ਹੋਰ ਜੀਵਾਂ ਨੂੰ ਨਾਮ ਜਪਾਈ ਜਾਂਦੇ, ਬਾਣੀ ਨਾਲ ਜੋੜੀ ਜਾਂਦੇ, ਆਪ ਬਾਣੀ ਪੜ੍ਹੀ ਜਾਂਦੇ, ਹੋਰਨਾਂ ਨੂੰ ਬਾਣੀ ਪੜ੍ਹਾਈ ਜਾਂਦੇ, ਵੀ ਅੱਠੇ ਪੈਰ ਹੀ ਬਾਣੀ ਦੇ ਨਾਲ ਜੁੜੇ ਰਹਿੰਦੇ, ਉਹਨੂੰ ਸੰਤ ਕਿਹਾ ਜਾਂਦਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ 113 ਸਾਲ ਗੁਰੂ ਘਰ ਦੀ ਸੇਵਾ ਕੀਤੀ, ਸ਼ਬਦ ਦੇ ਵਿੱਚ ਰੱਤੇ ਰਹੇ। ਉਹ ਤਾਂ ਇਹ ਬਚਨ ਕਿਹਾ ਕਰਦੇ, ਉਹਨਾਂ ਦੀ ਜ਼ੁਬਾਨ ਤੇ ਬਚਨ ਸਾਡੇ ਇਤਿਹਾਸਕਾਰਾਂ ਨੇ ਲਿਖਿਆ, ਕਰੋ ਕਾਰ ਕਰੋ ਸਭ ਹੀਲਾ। ਉਹ ਕਿਹਾ ਕਰਦੇ, ਕਰੋ ਕਾਰ ਕਰੋ ਸਭ ਹੀਲਾ, ਭਜਨ ਬੰਦਗੀ ਅਰਦਾਸ ਦਾ, ਪਰ ਟੇਕ ਮਿਹਰ ਤੇ ਰੱਖਣੀ। ਇਹ ਬਚਨ ਕਰਦੇ ਸੀ ਵੀ ਜੇ ਹੀਲਾ ਕਰਨਾ ਨਾ ਤੁਸੀਂ, ਤਾਂ ਭਜਨ ਬੰਦਗੀ ਦਾ ਹੀਲਾ ਕਰੋ, ਅਰਦਾਸ ਦਾ ਹੀਲਾ ਕਰੋ, ਪਰ ਕੱਲਾ ਅਰਦਾਸ ਤੇ ਹੀਲਾ ਨਹੀਂ ਟਿਕ ਕੇ ਬਹਿ ਜਾਣਾ। ਗੁਰੂ ਕੋਲੋਂ ਪ੍ਰਭੂ ਦੀ ਟੇਕ, ਉਹਦਾ ਆਸਰਾ ਲੈ ਕੇ ਉਹਦੀ ਮਿਹਰ ਵੀ ਮੰਗਣੀ ਕਿ ਮਹਾਰਾਜ ਜੀ ਸਾਡੇ ਤੇ ਮਿਹਰ ਵੀ ਕਰ, ਸਾਡੇ ਤੇ ਕਿਰਪਾ ਵੀ ਕਰ, ਦਇਆ ਵੀ ਕਰ ਸਾਡੇ ਉੱਤੇ। ਇਹ ਬਚਨ ਕਰਿਆ ਕਰਦੇ ਸੀ ਬਾਬਾ ਬੁੱਢਾ ਸਾਹਿਬ ਜੀ। ਇਸ ਕਰਕੇ ਇੰਦਰੀ ਜਿੱਤ ਮਹਾਂਪੁਰਸ਼, ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸਾਸ ਗਰਾਸ ਨਹੀਂ ਭੁੱਲਦਾ। ਫਿਰ ਗੁਰਮੁਖ ਦੀ ਗੱਲ ਵੀ ਆਉਂਦੀ ਗੁਰਬਾਣੀ ਵਿੱਚ, ਤੇ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰਿ ਧਿਆਵੈ। ਜਿਹੜਾ ਗੁਰਮੁਖ ਹੁੰਦਾ ਨਾ, ਉਹਦੇ ਇੱਕ ਇੱਕ ਰੋਮ ਦੇ ਵਿੱਚੋਂ ਆਵਾਜ਼ ਆਉਣ ਲੱਗ ਪੈਂਦੀ ਹੈ, ਉਹਦਾ ਰੋਮ ਰੋਮ ਵਾਹਿਗੁਰੂ 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 ਦਾ ਸਿਮਰਨ ਕਰਨ ਲੱਗ ਪੈਂਦਾ। ਤੇ ਬਾਬਾ ਬੁੱਢਾ ਸਾਹਿਬ ਜੀ ਰੋਮ ਰੋਮ ਸਿਮਰਨ ਕਰਨ ਵਾਲੇ। ਤੇ ਉਹਨਾਂ ਹੀ ਦੇਖੋ ਬਾਬਾ ਬੁੱਢਾ ਸਾਹਿਬ ਜੀ ਨੇ ਕਿੰਨੀਆਂ ਬਖਸ਼ਿਸ਼ਾਂ। 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਤੇ ਜਦੋਂ ਅਵਤਾਰ ਹੋਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਆਪ ਆਏ ਸੀ ਚੱਲ ਕਰਕੇ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਵਿਦਿਆ ਵੀ ਪੜ੍ਹਾਈ। ਭਾਈ ਗੁਰਦਾਸ ਜੀ ਨੇ ਜੋ ਗੁਰਬਾਣੀ ਦੀ ਵਿਦਿਆ ਸੀ ਉਹ ਪੜ੍ਹਾਈ।
ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਜੇਠਾ ਜੀ ਉਹਨਾਂ ਨੇ ਸਿਖਾਈ। ਤੇ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਹੈ ਬਹੁਤ ਜ਼ਿਆਦਾ ਛੇਵੇਂ ਪਾਤਸ਼ਾਹ ਜੀ ਦਾ ਧਿਆਨ ਰੱਖਿਆ। ਪਰ ਜਦੋਂ ਛੇਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ ਤੇ ਪ੍ਰਿਥੀ ਚੰਦ ਜਿਹੜਾ ਸੀ ਉਹ ਛੱਡ ਬਲ ਗਿਆ। ਉਹਨੇ ਫਿਰ ਵੀ ਯਤਨ ਕਰਦਾ ਰਿਹਾ, ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਵੀ ਯਤਨ ਕੀਤੇ ਉਹਨੇ। ਕਿਤੇ ਘਰ ਦੇ ਵਿੱਚ ਸੱਪ ਛਡਾ ਦਿੱਤਾ, ਦਾਈ ਨੂੰ ਕਹਿ ਦਿੱਤਾ ਆਪਣੇ ਅਸਤਰਾਂ ਨੂੰ ਜ਼ਹਿਰ ਲਾ ਕੇ ਦੁੱਧ ਪਿਆ ਦੇ, ਇੱਕ ਬ੍ਰਾਹਮਣ ਨੂੰ ਦਹੀਂ ਦੇ ਕੇ ਜ਼ਹਿਰ ਪਾ ਕਰਕੇ ਭੇਜਿਆ ਕਿ ਤੂੰ ਇਹ ਦਹੀਂ ਜਿਹੜਾ ਛੇਵੇਂ ਪਾਤਸ਼ਾਹ ਨੂੰ ਬਾਲਕ ਨੂੰ ਖਵਾ ਦੀ, ਉਹ ਮਰ ਜਾਵੇਗਾ। ਤੇ ਉਹਦੇ ਬਾਰੇ ਤਾਂ ਮਹਾਰਾਜ ਨੇ ਬਾਣੀ ਅੰਦਰ ਵੀ ਬਚਨ ਕੀਤਾ, ਬ੍ਰਾਹਮਣ ਮੂਆ ਹੂ ਕੈ ਸੂਲ, ਕਿ ਜਿਹੜਾ ਬ੍ਰਾਹਮਣ ਸੀ ਉਹਦੇ ਅੰਦਰ ਫਿਰ ਦਰਦ ਹੋਇਆ ਤੇ ਦਰਦ ਹੋ ਕੇ ਉਸ ਦਰਦ ਦੇ ਨਾਲ ਉਹਦੀ ਮੌਤ ਹੋ ਗਈ। ਸੋ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਦੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਅਵਤਾਰ ਹੋਇਆ। ਉਹੀ ਜੋੜ ਮੇਲਾ, ਉਹ ਦਿਨ ਜਿਹੜਾ ਬੀੜ ਬਾਬਾ ਬੁੱਢਾ ਸਾਹਿਬ ਜੀ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ। ਤੇ ਇਸ ਸਥਾਨ ਤੇ ਵੀ ਬਾਬਾ ਬਚਿੱਤਰ ਸਿੰਘ ਜੀ, ਉਹਨਾਂ ਦੇ ਨਾਲ ਜਿੰਨੇ ਵੀ ਸੇਵਾਦਾਰ ਨੇ, ਰਾਤ ਵੀ ਦਾਸ ਨੇ ਬੇਨਤੀ ਕੀਤੀ ਕਿ ਸੇਵਾਦਾਰ ਬਜ਼ੁਰਗ ਹੋ ਗਏ ਨੇ ਸਾਰੇ, ਬਹੁਤ ਸਮਾਂ ਹੋ ਗਿਆ, ਘੱਟੋ ਘੱਟ ਵੀ 25-30 ਸਾਲ, ਜੇ ਨਾ ਮੈਂ ਭੁੱਲਦਾ ਹੋਵਾਂ, ਇਸ ਸਥਾਨ ਤੇ ਲੰਗਰ ਲੱਗਦਿਆਂ ਨੂੰ ਹੋ ਗਏ ਹਰ ਸਾਲ। ਪਹਿਲਾਂ ਸੰਗਰਾਂਦ ਵਾਲੇ ਦਿਨ ਲੰਗਰ ਲੱਗਿਆ ਕਰਦਾ ਸੀ, ਫਿਰ ਹੌਲੀ ਹੌਲੀ ਵੱਧਦਾ ਗਿਆ। ਭਾਵ ਕਿ ਹੁਣ 1 ਮਹੀਨੇ ਦਾ ਪੂਰਾ ਲੰਗਰ ਅੱਸੂ ਦੀ ਸੰਗਰਾਂਦ ਤੋਂ ਸ਼ੁਰੂ ਕਰਕੇ ਕੱਤੇ ਦੀ ਸੰਗਰਾਂਦ ਤੱਕ ਚੱਲਦਾ। ਤੇ ਸੰਗਤਾਂ ਦੇ ਵੱਲੋਂ ਜੋ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਕੋਈ ਕਰਵਾਏ ਜਾਂਦੇ ਆ, ਗੁਰਬਾਣੀ ਦੇ ਪ੍ਰਵਾਹ ਵੀ ਚੱਲਦੇ ਤੇ ਨਾਲ ਕਥਾ ਕੀਰਤਨ, ਗੁਰੂ ਦੇ ਸ਼ਬਦ ਦਾ ਲੰਗਰ ਵੀ ਚਲਾਇਆ ਜਾਂਦਾ। ਜਿੱਥੇ ਤਨ ਵਾਸਤੇ ਲੰਗਰ ਮਿਲਦਾ ਸਾਨੂੰ, ਉੱਥੇ ਮਨ ਵਾਸਤੇ ਵੀ ਜਿਹੜਾ ਲੰਗਰ ਹੈ ਗੁਰੂ ਦੇ ਸ਼ਬਦ ਦਾ, ਉਹ ਵੀ ਵਰਤਾਇਆ ਜਾਂਦਾ ਹੈ। ਮਹਾਂਪੁਰਸ਼ਾਂ ਦੇ ਜਥੇ ਵੱਲੋਂ ਦਾਸ ਦੇ ਵਿਦਿਆ ਗੁਰੂ ਸੰਤ ਬਾਬਾ ਬਲਦੇਵ ਸਿੰਘ ਜੀ, ਉਹਨਾਂ ਦੇ ਜਥੇ ਵੱਲੋਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਜਿਹੜੀ ਹੈ ਪਾਠੀਆਂ ਸਿੰਘਾਂ ਦੇ ਵੱਲੋਂ ਕੀਤੀ ਗਈ। ਸੋ ਦਾਸ ਜੋ ਬੇਨਤੀ ਕਰ ਰਿਹਾ ਸੀ ਕਿ ਆਪਾਂ ਗੁਰਬਾਣੀ ਨਾਲ ਜੁੜੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਜੁੜੀਏ। ਜਿਹੜੇ ਬਾਣੀ ਪੜਨ ਵਾਲੇ, ਸੰਗਤਾਂ ਨੂੰ ਗੁਰੂ ਕੇ ਨਾਮ ਨਾਲ ਜੋੜਨ ਵਾਲੇ ਮਹਾਂਪੁਰਸ਼ ਨੇ, ਉਹਨਾਂ ਦੇ ਨਾਲ ਜੁੜੀਏ। ਉਹਨਾਂ ਦੇ ਨਾਲ ਜੁੜ ਕੇ ਹੀ ਸਾਡਾ ਭਲਾ ਹੋਣਾ, ਕਿਉਂਕਿ ਉਹ ਆਪ ਜੁੜੇ ਹੁੰਦੇ ਨੇ, ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਨਾਮ ਜਪਾਉਣ ਕਰਕੇ ਆਪ ਉਹ ਤਰ ਜਾਂਦੇ ਨੇ ਤੇ ਹੋਰਨਾਂ ਨੂੰ ਤਾਰਨ ਵਾਲੇ ਬਣ ਜਾਂਦੇ। ਜਿਵੇਂ ਮਹਾਰਾਜ ਕਹਿੰਦੇ ਨਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵੀ ਜਿਨ੍ਹਾਂ ਨੇ ਨਾਮ ਜਪਿਆ, ਮਿਹਨਤ ਕੀਤੀ, ਮਸਕਤ ਘਾਲੀ, ਨਾਮ ਜਪਣਾ ਵੀ ਮਿਹਨਤ ਦਾ ਕੰਮ ਹੈ। ਜਿਨ੍ਹਾਂ ਨੇ ਮਸਕਤਾਂ ਘਾਲੀਆਂ, ਮਿਹਨਤ ਕੀਤੀ, ਅੰਮ੍ਰਿਤ ਵੇਲੇ ਉੱਠੇ ਚੌਂਕੜੇ ਮਾਰ ਕੇ ਵਿਦਿਆ ਆਪ ਪੜ੍ਹੀ, ਵਿਦਿਆ ਪੜ੍ਹਾਈ, ਮਿਹਨਤ ਕੀਤੀ ਗੁਰਬਾਣੀ ਦੀ, ਨਾਮ ਦੀ, ਬੰਦਗੀ ਦੀ, ਸਿਮਰਨ ਦੀ, ਤੇ ਉਹਨਾਂ ਦੇ ਮੁਖ ਤਾਂ ਉਜਲੇ ਹੁੰਦੇ ਆ। ਪਰ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਨਾ, ਉਹਨਾਂ ਨੂੰ ਵੀ ਉਹ ਕੀਤੀ ਛੁੱਟੀ ਨਾਲ ਹੋਰਨਾਂ ਦੀ ਵੀ ਛੁੱਟੀ ਬੰਦ ਖਲਾਸੀ ਕਰਾਉਣ ਵਾਲੇ ਹੋ ਜਾਂਦੇ। ਤੇ ਗੁਰਬਾਣੀ ਵੀ ਸਾਨੂੰ ਵਾਰ-ਵਾਰ ਸਾਧੂਆਂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ ਕਰਨ ਵਾਸਤੇ ਕਹਿੰਦੀ ਹੈ ਕਿ ਅਸੀਂ ਨਾਮ ਰਤੜੀਆਂ ਰੂਹਾਂ ਬੰਦਗੀ ਕਰਨ ਵਾਲੇ ਗੁਰਸਿੱਖਾਂ ਦੀ ਸੰਗਤ ਕਰੀਏ, ਤਾਂ ਕਿ ਸਾਡਾ ਭਲਾ ਹੋ ਜਾਵੇ। ਬਾਬਾ ਬਚਿੱਤਰ ਸਿੰਘ ਜੀ ਵੱਲੋਂ, ਸਾਰੇ ਨਗਰ ਨਿਵਾਸੀਆਂ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ। ਸੋ ਸਾਰੀਆਂ ਸੰਗਤਾਂ ਦਾ ਗੁਰੂ ਇਸ ਬਾਬਾ ਬਚਿੱਤਰ ਸਿੰਘ ਜੀ, ਜੋ ਇੱਥੋਂ ਦੇ ਪ੍ਰਬੰਧਕ ਨੇ, ਸਾਰੇ ਵੀਰ ਜਿੰਨੇ ਵੀ ਸੇਵਾਦਾਰ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕੀਤਾ ਜਾਂਦਾ, ਜਿਨ੍ਹਾਂ ਦੇ ਜਥੇ ਨੇ ਆ ਕਰਕੇ ਇੱਥੇ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ, ਆਪਾਂ ਸਾਰੀ ਸੰਗਤ ਹੀ ਅਰਦਾਸ ਕਰੀਏ ਕਿ ਮਹਾਰਾਜ ਜੀ ਸੰਤ ਬਾਬਾ ਬਲਦੇਵ ਸਿੰਘ ਜੀ ਮਹਾਂਪੁਰਸ਼ਾਂ ਨੂੰ ਤੰਦਰੁਸਤੀਆਂ ਬਖਸ਼ੋ, ਵੱਧ ਤੋਂ ਵੱਧ ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ। ਉਹ ਵਿਦਿਆਲਾ ਚਲਾ ਰਹੇ ਨੇ, ਉਸ ਵਿਦਿਆਲੇ ਦੇ ਵਿੱਚੋਂ ਹੀ ਦਾਸ ਉਸ ਵਿਦਿਆਲੇ ਦਾ ਵਿਦਿਆਰਥੀ ਹੈ। ਬੜੇ ਬੱਚੇ ਉੱਥੋਂ ਪੜ੍ਹ ਕੇ ਗੁਰਮਤਿ ਦੀ ਸਿੱਖਿਆ ਲੈ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਦੂਰ ਦੂਰ ਤੱਕ ਮਹਾਂਪੁਰਸ਼ਾਂ ਦਾ ਨਾਂ ਹੈ ਤੇ ਲੋਕ ਸਤਿਕਾਰ ਦੇ ਨਾਲ ਉਹਨਾਂ ਦਾ ਨਾਮ ਵੀ ਲੈਂਦੇ, ਮਹਾਂਪੁਰਸ਼ਾਂ ਕੋਲ ਵੀ ਜਾਂਦੇ ਆ। ਤੋ ਇਸ ਕਰਕੇ ਆਪਾਂ ਉਹਨਾਂ ਦੇ ਇਸ ਵਾਸਤੇ ਵੀ ਅਰਦਾਸ ਬੇਨਤੀ ਕਰੀਏ ਕਿ ਮਹਾਂਪੁਰਸ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਉਹਨਾਂ ਦਾ ਜਿਹੜਾ ਉੱਥੇ ਲਾਇਆ ਹੋਇਆ ਇਹ ਵਿਦਿਆਲੇ ਦਾ ਫੁੱਲ ਹੈ ਨਾ, ਪਾਤਸ਼ਾਹ ਜੀ ਦੇ ਵੱਲੋਂ ਲਾਇਆ ਹੋਇਆ, ਸੰਤ ਬਾਬਾ ਹਰਨਾਮ ਸਿੰਘ ਜੀ ਪਾਤਸ਼ਾਹ ਜੀ, ਇਹ ਹਮੇਸ਼ਾ ਹੀ ਫੁੱਲ ਇਸੇ ਤਰ੍ਹਾਂ ਹੀ ਟਹਿਕਦਾ ਰਹੇ ਤੇ ਇਹ ਗੁਰਬਾਣੀ ਦੀ ਸੁਗੰਧੀ ਜਿਹੜੀ ਹੈ ਬੁਖੇਰਦਾ ਰਹੇ। ਉੱਥੇ ਆ ਕਰਕੇ ਵਿਦਿਆਰਥੀ ਜਨ ਜਿਹੜੇ ਨੇ ਉਹ ਪੜ੍ਹਦੇ ਰਹਿਣ, ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰਨ, ਤਾਂ ਕਿ ਸਿੱਖੀ ਵੱਧ ਫੁੱਲ ਸਕੇ। ਕਿਉਂਕਿ ਗੁਰੂ ਕੇ ਸਿੱਖ ਦਾ ਇਹ ਫਰਜ਼ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ। ਮਹਾਰਾਜ ਜੀ ਨੇ ਹਜੂਰ ਸਾਹਿਬ ਦੀ ਧਰਤੀ ਤੇ ਬਚਨ ਕਹੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੇ ਖੁਸ਼ੀ ਲੈਣੀ ਹੈ ਨਾ,
ਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਜਿੱਥੇ ਵੀ ਜਾਵੇ ਬਾਬੇ ਨਾਨਕ ਦੀ ਗੱਲ ਕਰਿਓ, ਬਾਬੇ ਨਾਨਕ ਦੇ ਘਰ ਬਾਰੇ ਦੱਸਿਓ ਲੋਕਾਂ ਨੂੰ ਬਾਬੇ ਨਾਨਕ ਦੇ ਘਰ ਬਾਰੇ ਦੱਸ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਜੋੜੋਗੇ ਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ। ਸੋ ਇਸ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਖੁਸ਼ੀਆਂ ਦੇ ਪਾਤਰ ਬਣੀਏ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬਣੇ। ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਮਹਾਂਪੁਰਸ਼ਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਰੋਮ ਰੋਮ ਕਰਕੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਨਹੀਂ। ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਂ ਸੜਿਆ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।